लुका उन्नी अध्याय पहली है 19 ਦੀ ਪਹਿਲੀ ਜਿਨ੍ਹਾਂ ਨੂੰ ਮਿਲ ਗਿਆ ਪੜ੍ਹੇ। ਯਿਸੂ ਜਰੀਹੋ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ। ਜਰੀਹੋ ਵਿੱਚ ਚੱਕੀ ਨਾਂ ਦਾ ਇੱਕ ਆਦਮੀ ਸੀ। ਉਹ ਇੱਕ ਅਮੀਰ ਅਤੇ ਪ੍ਰਧਾਨ ਮਸੂਲੀਆ ਸੀ। ਉਹ ਵੇਖਣਾ ਚਾਹੁੰਦਾ ਸੀ ਕਿ ਇਹ ਯਿਸੂ ਕੌਣ ਹੈ। ਹੋਰ ਵੀ ਬੜੇ ਲੋਕ ਉੱਥੇ ਸਨ ਜਿਹੜੇ ਵੀ ਉਸ ਨੂੰ ਵੇਖਣਾ ਚਾਹੁੰਦੇ ਸਨ, ਕਿਉਂਕਿ ਚੱਕੀ ਮਧਰਾ ਸੀ। ਉਹ ਭੀੜ ਵਿੱਚ ਯਿਸੂ ਨੂੰ ਨਾ ਵੇਖ ਸਕਿਆ, ਇਸ ਲਈ ਉਹ ਰਾਹ ਦੇ ਉਸ ਹਿੱਸੇ ਵੱਲ ਅੱਗੇ ਨੱਸਿਆ ਜਿੱਧਰੋਂ ਯਿਸੂ ਆ ਰਿਹਾ ਸੀ। ਫਿਰ ਉਹ ਉਸ ਨੂੰ ਵੇਖਣ ਦੇ ਲਈ ਗੁੱਲਰ ਦੇ ਰੁੱਖ ਤੇ ਚੜ੍ਹ ਗਿਆ। ਜਦੋਂ ਯਿਸੂ ਉਸ ਥਾਵੇਂ ਅੱਪੜਿਆ, ਉਸ ਉੱਪਰ ਤੱਕਿਆ ਕਿ ਚੱਕੀ ਨੂੰ ਰੁੱਖ ਉੱਤੇ ਵੇਖਿਆ। ਯਿਸੂ ਨੇ ਉਸ ਨੂੰ ਆਖਿਆ, ਚੱਕੀ ਜਲਦੀ ਹੇਠਾਂ ਉੱਤਰ ਆ, ਅੱਜ ਰਾਤ ਮੈਂ ਤੇਰੇ ਘਰ ਰੁਕਣਾ ਹੈ। ਫਟਾਫਟ ਹੇਠਾਂ ਉਤਰਿਆ ਅਤੇ ਉਸਨੇ ਖੁਸ਼ੀ ਨਾਲ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ। ਸਭ ਲੋਕਾਂ ਨੇ ਇਹ ਨਜ਼ਾਰਾ ਵੇਖਿਆ ਅਤੇ ਉਹ ਸ਼ਿਕਾਇਤ ਕਰਨ ਲੱਗੇ, ਵੇਖੋ ਯਿਸੂ ਇੱਕ ਪਾਪੀ ਦੇ ਘਰ ਠਹਿਰਨ ਗਿਆ ਹੈ। ਪਰ ਯੱਕੀ ਉੱਪਰ ਉੱਠਿਆ ਅਤੇ ਆਖਿਆ, ਪ੍ਰਭੂ ਮੈਂ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਾਲ ਧੋਖਾ ਕਰਾਂ ਤਾਂ ਉਸ ਦਾ ਚੁਗੁਣਾ ਉਸ ਮਨੁੱਖ ਨੂੰ ਮੋੜਾਂਗਾ। ਯਿਸੂ ਨੇ ਕਿਹਾ, ਅੱਜ ਇਸ ਖਾਨਦਾਨ ਲਈ ਮੁਕਤੀ ਆਈ ਹੈ, ਕਿਉਂਕਿ ਇਹ ਮਸੂਲੀਆਂ ਵੀ ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ। ਆਮੀਨ। ਪਰਮੇਸ਼ਵਰ ਆਪਣੇ ਵਚਨ ਦੇ ਪੜ੍ਹੇ ਜਾਣ ਤੇ ਬਰਕਤ ਦੇਵੇ। ਤੁਸੀਂ ਸਭ ਬੈਠ ਸਕਦੇ ਹੋ। ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਭੈਣ ਤੋਂ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਤੇ ਤੁਹਾਡੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰੇ। ਤੋ ਧੰਨਵਾਦ ਕਰਦੇ ਹਾਂ ਪ੍ਰਭੂ ਦਾ। ਉਹਨੇ ਭਾਵੇਂ ਲੋਕਡਾਊਨ ਹੀ ਆ ਤੇ ਫਿਰ ਵੀ ਸਾਨੂੰ ਕੁਝ ਭੈਣ ਭਰਾਵਾਂ ਨੂੰ ਇਕੱਠੇ ਹੋਣ ਦਾ ਉਹਨੇ ਮੌਕਾ ਦਿੱਤਾ ਹੈ। ਇਸ ਦੇ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਕਿ ਤੁਸੀਂ ਖੁਸ਼ ਹੋ ਸਾਰੇ? ਉੱਚੀ ਬੋਲਦੇ ਹਾਲੇਲੂਇਆ। ਸੋ ਨਬੀ ਨੇ ਇੱਕ ਸੰਦੇਸ਼ ਪ੍ਰਚਾਰ ਕੀਤਾ ਤੇ 1957 ਦੇ ਵਿੱਚ। ਉਹਦਾ ਨਾਮ ਆ ਉਹਨੇ ਇਸ ਜਗ੍ਹਾ ਤੋਂ ਲੰਘਣਾ ਹੀ ਸੀ। ਉਹਦੇ ਵਿੱਚ ਅਸੀਂ ਥੋੜ੍ਹੀ ਗੱਲਬਾਤ ਕਰਨੀ ਚਾਹੁੰਦੇ ਹਾਂ ਤੇ ਗਵਾਈਆਂ ਹੋਈਆਂ ਜਾਂ ਥੋੜ੍ਹਾ ਜ਼ਿਆਦਾ ਸਮਾਂ ਉੱਪਰ ਹੋ ਗਿਆ ਤੇ ਚਾਹੁੰਦੇ ਹਾਂ ਕਿ ਅਸੀਂ ਸਿੱਧੇ ਸੰਦੇਸ਼ ਦੇ ਵਿੱਚ ਹੀ ਜਾਂਦੇ ਹਾਂ। ਹਾਲੇਲੂਇਆ। ਸੋ ਯਾਦ ਅਸੀਂ ਬਾਈਬਲ ਦੇ ਵਿੱਚੋਂ ਪੜ੍ਹ ਰਹੇ ਹਾਂ ਤੇ ਪਿਛਲੀ ਵਾਰੀ ਭੈਣ ਮੁੰਨਾ ਹੋਰਾਂ ਨੇ ਇਕਰਾਰ ਕੀਤਾ ਤੇ ਜੌਨ ਹੋਰੇ ਵੀ ਇਸ ਜਗ੍ਹਾ 'ਤੇ ਹਨ ਤੇ ਮੈਂ ਚਾਹੁੰਦਾ ਕਿ ਅਸੀਂ ਥੋੜ੍ਹੀਆਂ ਤੌਬਾ ਦੇ ਬਾਰੇ ਗੱਲਾਂ ਕਰੀਏ। ਯਾਨੀ ਕਿ ਸ਼ੁਰੂਆਤ ਜਿੱਥੋਂ ਮੈਸੇਜ ਦੀ ਸ਼ੁਰੂਆਤ ਆ ਤੌਬਾ ਦੀ ਬੇਸਿਕ ਚੀਜ਼ਾਂ ਨੂੰ ਲਈਏ ਤਾਂ ਕਿ ਉਹਨਾਂ ਦੇ ਲਈ ਫਾਇਦੇਮੰਦ ਹੋ ਸਕਣ। ਸੋ ਪਿੱਛੇ ਵੀ ਭੈਣ ਹੋਰੀ ਨਵੇਂ ਹਨ, ਉਹਨਾਂ ਵਾਸਤੇ ਵੀ ਸਾਰੀਆਂ ਗੱਲਾਂ ਫਾਇਦੇਮੰਦ ਹੋਣਗੀਆਂ। ਹਾਲੇਲੂਇਆ। ਸੋ ਇਸ ਤੋਂ ਪਹਿਲਾਂ ਕਿ ਸੰਦੇਸ਼ ਵਿੱਚ ਜਾਈਏ, ਮੈਂ ਗਵਾਹੀਆਂ ਤੋਂ ਇੱਕ ਗੱਲ ਕਰਨੀ ਚਾਹੁੰਦਾ। ਜਦ ਅਸੀਂ ਪ੍ਰਾਰਥਨਾ ਕਰਵਾ ਲੈਂਦੇ ਹਾਂ ਫਿਰ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਬਿਲਕੁਲ ਚੰਗਾ ਹੋ ਗਿਆ ਹਾਂ ਜਾਂ ਹੋ ਗਈ ਹਾਂ। ਵੇਖੋ ਵਿਲੀਅਮ ਬ੍ਰਾਨਹਮ ਨਬੀ ਸੀ ਤੇ ਉਹਦੀ ਪ੍ਰੋਬਲਮ ਸੀ ਕਿ ਉਹਦਾ ਜਿਹੜਾ ਖਾਣਾ ਉਹਨੂੰ ਪਚਦਾ ਨਹੀਂ ਸੀ ਚੰਗੀ ਤਰ੍ਹਾਂ ਔਰ ਬਾਹਰ ਨੂੰ ਆਉਂਦਾ ਸੀ। ਤੇ ਪਰ ਜਦ ਵੀ ਉਹਨੂੰ ਕੋਈ ਬੰਦਾ ਪੁੱਛਦਾ ਕਿ ਭਾਈ ਜੀ ਤੁਹਾਡਾ ਕੀ ਹਾਲ, ਤੇ ਉਹ ਕਹਿੰਦਾ ਮੈਂ ਬਿਲਕੁਲ ਭਾਈ ਜੀ ਠੀਕ ਹਾਂ। ਅਜੇ ਉਹ ਠੀਕ ਨਹੀਂ ਹੈ ਪਰ ਉਹਨੂੰ ਵਿਸ਼ਵਾਸ ਸੀ ਕਿ ਪ੍ਰਭੂ ਮੈਨੂੰ ਚੰਗਿਆ ਕਰੇਗਾ ਤੇ ਆਪਣੇ ਜੀਵਨ ਦੇ ਅੰਤਲੇ ਸਮੇਂ 'ਚ ਫਿਰ ਪ੍ਰਭੂ ਨੇ ਉਹਨੂੰ ਚੰਗਿਆ ਵੀ ਕੀਤਾ। ਤੇ ਇਹ ਸਾਡੇ ਵਿਸ਼ਵਾਸ 'ਤੇ ਡਿਪੈਂਡ ਆ। ਤੇ ਹੋਰ ਵੀ ਉਦਾਹਰਨ ਆਪਾਂ ਅਕਸਰ ਹੀ ਗੱਲ ਕਰਦੇ ਰਹੇ ਨੇ। ਉਹ ਜੌਨ ਰਾਇਨ ਦੀ, ਉਸ ਬੰਦੇ ਦੀ, ਉਸ ਅੰਨੇ ਦੀ, ਤੁਹਾਨੂੰ ਪਤਾ ਉਹ ਅੰਨਾ ਹੀ ਸੀ, ਇਹਦੇ ਬਾਵਜੂਦ ਉਹਨੇ ਆਪਣੇ ਲਾਗੇ ਚਾਗੇ ਉਹ ਇਸ ਕਾਰਨ ਮਸ਼ਹੂਰ ਹੋ ਗਿਆ
कि मजाक का कारण बनया, बंदा अन्ना ही आ, वो कहता मैनू प्रभु ने चंगिया कीता है। मतलब अगर तुहाडा विश्वास इस तरीके का आ तो दुनिया की कोई ताकत नहीं है तुहानू जिहड़ी चंगिया होण तो रोक सके। किन्ने आमीन कह सकते हैं? हालेलुया। सो जद भी आपां चर्च दे विच आउंदे आ ते सानू ओहदियां पौड़ियां नूं मत्था टेकण की कोई लोड़ नहीं है। जद असीं कई वारी नवें हुंदे सानू नहीं पता हुंदा, पर ये मसीहां दी सिੱਖਿਆ नहीं है कि असीं बंदियां नूं मत्था टेकीए या चर्चां नूं या ढोलकी वजाउण तो पहलां ढोलकियां नूं मत्था टेकीए। ये मसीहत नहीं है। ये होर दूजियां कौमां दे बारे हो सकदा वो काम करदे आ, पर एक जिहड़ा मसीह आ वो ये काम नहीं कर सकदा। किन्ने आमीन कह सकदे? सो असीं गल करनी चाहुंदे हाँ तौबा दे बारे। असीं वेखदे हाँ कि बाइबल दे विच मत्ती दी किताब जद असीं पढ़ीए 3 अध्याय दे विच, उत्थे यीशु मसीह की आमद तो पहले एक हलकारा इस धरती ते घल्लिया गया और उहदे बारे यशायाह नबी ने कहा सी कि यहोवा दे आउण तो पहले ये राह नूं पद्धरा करन वाला है, उजाड़ दे विच पुकारन वाले दी आवाज़ आओ। ते जद यीशु मसीह दे आउण तो पहले उन्हें राह तैयार करना सी उस हलकारे ने, और जद वो हलकारा इस धरती के उपर आया तो मत्ती 3 अध्याय दे विच उन्हें कहा कि तौबा करो क्योंकि स्वर्ग का राज नेड़े आया। ठीक है। और सारी बाइबल दे विच तौबा दे बारे बहुत कुछ है। कह सकते हैं कि सारी बाइबल तौबा दे नाल भरी पई है। जद यीशु मसीह ने भी इस धरती ते आया, उन्हें भी मत्ती 4:17 दे विच यही कहा, तौबा दा उन्हें प्रचार किया। आमीन कह सकते? हुण वेखिए कि एक आदमी नूं तौबा की जरूरत क्यों है। और बाइबल रोमिया की किताब दसदी कि इस धरती के उपर कोई धर्मी नहीं है। इस धरती के उपर सब पापी है। रोमिया की किताब थोड़े जिहे मैं हवाले देने चाहुंदा ते चाहुंदे आ कि जल्दी नाल जिन्हों मिलता वो पढ़ भी सकता। रोमिया की किताब रोमिया की किताब 3 अध्याय ਉਹਦੀ 10 आयत तो पढ़ सकते हो। जिवें लिखिया होया है, कोई धर्मी नहीं, एक भी नहीं, कोई समझण वाला नहीं ते कोई परमेश्वर दा तालिब नहीं। वो सब कुराहे पै गए अते वो सारे दे सारे निकम्मे होए हन। ठीक है। बाइबल कहती कि रोमिया की किताब भी दसदी आ कि सबना ने पाप किया और पर सब जिहड़े परमेश्वर की महिमा तो रह गए हैं। सुनते सारे? बाइबल गवाही दे रही कि सबना ने पाप किया, इस करके परमेश्वर की महिमा तो रह गए हैं। बाइबल दसदी है कि एक भी धर्मी नहीं है, एक भी तालिब नहीं है। तो जे तुसीं अगे इस तरह रोमिया की किताब भी सानूं दसदी। हुण वेखो कि हर एक बंदा जो भी काम करता उसकी उन्होंने मजदूरी मिलती है। अगर तुसीं पाप कर रहे तो बाइबल दसदी है कि पाप की मजदूरी मौत है। हुण अगर पाप की मजदूरी मौत है तो फिर इस मौत तो बचन के लिए सानू तौबा की लोड़ है। तौबा करो और तुहाडे विचों हर एक आपो अपने पापां की माफ़ी लई यीशु मसीह दे नाम बपतिस्मा लाओ, तां तुसीं पवित्र आत्मा का दान पाओगे। आमीन कह सकते? हुण वेखो कि परमेश्वर ने जगत नाल बाइबल दसदी है कि अजिहा प्यार किया
ਕਿ ਉਹਨੇ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਦੇ ਦਿੱਤਾ। ਬਾਈਬਲ ਦੱਸਦੀ ਆ ਕਿ ਇੱਧਰ ਵੇਖੋ ਸਾਰੇ, ਬਾਈਬਲ ਦੱਸਦੀ ਹੈ ਕਿ ਜਾਂ ਅਸੀਂ ਪਾਪੀ ਸੀ, ਮਸੀਹ ਸਾਡੇ ਲਈ ਮਰਿਆ। ਜਾਂ ਅਸੀਂ ਪਾਪੀ ਸੀ, ਉਦੋਂ ਉਹ ਸਾਡੇ ਲਈ ਮਰਿਆ। ਅਸੀਂ ਘਰ ਵੀ ਮੈਂ ਜੌਨ ਨਾਲ ਗੱਲ ਕਰ ਰਿਹਾ ਸੀ ਕਿ ਇਹ ਵੇਖੋ ਕਿ ਇੱਕ ਧਰਮੀ ਦਾ ਹੰਗਾਰਾ ਕੋਈ ਭਰ ਸਕਦਾ ਹੈ। ਉਹ ਕਹਿ ਸਕਦਾ ਕਿ ਹਾਂ ਮੈਂ ਗਵਾਹੀ ਦਿੰਦਾ ਬੰਦਾ ਬੜਾ ਧਰਮੀ ਹੈ, ਪਰ ਬਾਈਬਲ ਦੱਸਦੀ ਕਿ ਜਾਂ ਅਸੀਂ ਪਾਪੀ ਸੀ, ਮਸੀਹ ਸਾਡੇ ਲਈ ਮਰਿਆ। ਤੇ ਤੁਹਾਨੂੰ ਯਾਦ ਹੋਣਾ ਭਾਈ ਜੱਗੇ ਹੋਰਾਂ ਦੇ ਰਿਸ਼ਤੇਦਾਰ ਜਦੋਂ ਆਏ ਇਸ ਧਰਤੀ ਦੇ ਉੱਪਰ, ਔਰ ਇੱਥੇ ਪ੍ਰਚਾਰ ਹੋ ਰਿਹਾ ਸੀ ਕਿ ਸਮਾਂ ਬਹੁਤ ਲਾਗੇ ਆ ਤੇ ਪ੍ਰਭੂ ਯਿਸੂ ਮਸੀਹ ਧਰਤੀ ਤੇ ਆਉਣ ਵਾਲਾ ਆ। ਤੇ ਉਹ ਭਾਈ ਨੇ ਖੜੇ ਹੋ ਕੇ ਕਿਹਾ ਕਿ ਦੱਸੋ ਕਦੋਂ ਆਉਣਾ ਉਹਨੇ। ਤੇ ਉਹ ਬੰਦੇ ਦਾ ਸਵਾਲ ਸੀ ਕਿ ਇਸ ਨਪਾਕ ਧਰਤੀ ਦੇ ਉੱਪਰ ਉਹ ਨਹੀਂ ਆ ਸਕਦਾ। ਹਾਂਜੀ, ਤੇ ਜੋ ਅਸੀਂ ਬਾਈਬਲ ਦੇ ਵਿੱਚੋਂ ਪੜ੍ਹਿਆ ਉਹ ਜੱਕੀ ਦੇ ਬਾਰੇ, ਤੇ ਜਦੋਂ ਉਹਦੇ ਘਰ ਦੇ ਵਿੱਚ ਗਿਆ ਤੇ ਉਹਨੇ ਕਿਹਾ ਇਹ ਪਾਪੀਆਂ ਨਾਲ ਖਾਂਦਾ ਪੀਂਦਾ ਹੈ। ਤੇ ਯਿਸੂ ਮਸੀਹ ਦਾ ਇਹ ਸ਼ਬਦ ਸੀ, ਉਹਨੇ ਕਿਹਾ ਕਿ ਜਿਹੜਾ ਇੱਕ ਰੋਗੀ ਆ ਉਹਨੂੰ ਹੀ ਹਕੀਮ ਦੀ ਲੋੜ ਹੁੰਦੀ ਹੈ, ਯਾਨੀ ਕਿ ਜਿਹੜਾ ਬਿਮਾਰ ਆ ਉਹਦੇ ਵਾਸਤੇ ਹੀ ਡਾਕਟਰ ਆ। ਹਾਂਜੀ, ਤੇ ਉਹਨੇ ਕਿਹਾ ਕਿ ਮੈਂ ਪਾਪੀਆਂ ਦੇ ਲਈ ਆਇਆ। ਤੇ ਉਹ ਭਾਈ ਨੇ ਕਿਹਾ ਕਿ ਉਹ ਇਸ ਨਪਾਕ ਨਹੀਂ ਆ ਸਕਦਾ ਜਿਹੜਾ ਯੁੱਗ ਚੱਲ ਰਿਹਾ। ਉਹਨੇ ਆਇਆ ਕਲ ਯੁੱਗ ਹੈ, ਇਹਦੇ ਵਿੱਚ ਉਹਨੇ ਕਿੱਥੋਂ ਆਉਣਾ। ਪਰ ਉਹ ਇੱਥੇ ਇਸ ਧਰਤੀ ਦੇ ਉੱਪਰ ਪਾਪੀਆਂ ਦੇ ਲਈ ਆਇਆ। ਔਰ ਬਾਈਬਲ ਸਾਨੂੰ ਦੱਸਦੀ ਆ ਕਿ ਜਾਂ ਅਸੀਂ ਪਾਪੀ ਸੀ, ਉਹ ਸਾਡੇ ਲਈ ਮਰਿਆ। ਹੁਣ ਜਦੋਂ ਪਾਪ ਦੀ ਮਜ਼ਦੂਰੀ ਮੌਤ ਆ, ਤੇ ਪ੍ਰਕਾਸ਼ ਦੀ ਪੋਥੀ ਦੱਸਦੀ ਕਿ ਇਹ ਮੌਤ ਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ, ਇਹ ਦੂਜੀ ਮੌਤ ਆ। ਔਰ ਇਸ ਦੂਜੀ ਮੌਤ ਤੋਂ ਬਚਣ ਦੇ ਲਈ ਤੌਬਾ ਆ, ਪਛਤਾਪ ਸਾਨੂੰ ਕਰਨਾ ਪੈਂਦਾ ਹੈ। ਔਰ ਅਗਰ ਅਸੀਂ ਤੌਬਾ ਨਹੀਂ ਕਰਦੇ, ਪਛਤਾਪ ਨਹੀਂ ਕਰਦੇ, ਤੇ ਫਿਰ ਅਸੀਂ ਸਵਰਗ ਦੇ ਵਿੱਚ ਨਹੀਂ ਜਾ ਸਕਦੇ। ਦੂਜੇ ਲਫ਼ਜ਼ਾਂ ਵਿੱਚ ਜਦੋਂ ਨਿਕੋਦੇਮਸ ਨਾਲ ਗੱਲ ਕਰ ਰਿਹਾ ਸੀ ਤੇ ਉਹਨੇ ਕਿਹਾ ਕਿ ਜਦ ਤੱਕ ਤੂੰ ਨਵੇਂ ਸਿਰਿਓਂ ਤੋਂ ਨਹੀਂ ਜੰਮਦਾ, ਤੇ ਉਹਨੇ ਸਮਝਿਆ ਕਿ ਸ਼ਾਇਦ ਮੈਂ ਦੁਬਾਰਾ ਆਪਣੀ ਮਾਂ ਦੀ ਕੁੱਖ ਵਿੱਚ ਜਾਵਾਂਗਾ ਤੇ ਫਿਰ ਨਵਾਂ ਜਨਮ ਆ। ਪਰ ਯਿਸੂ ਮਸੀਹ ਉੱਥੇ ਉਹਨੂੰ ਕਹਿ ਰਿਹਾ ਕਿ ਜਾਂ ਮਨੁੱਖ ਨਵੇਂ ਸਿਰਿਓਂ ਤੇ ਨਹੀਂ ਜੰਮਦਾ, ਉਹ ਪਰਮੇਸ਼ਵਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਠੀਕ ਆ। ਇਸ ਲਈ ਭੈਣ ਤੇ ਭਰਾਵੋ, ਇੱਕ ਸਾਡਾ ਸਰੀਰਕ ਜਨਮ ਹੈ, ਪਰ ਉਸ ਜਗ੍ਹਾ ਤੇ ਪਹੁੰਚਣ ਲਈ ਸਾਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਪੈਣਾ ਹੈ। ਸਾਨੂੰ ਤੌਬਾ ਕਰਨੀ ਪੈਣੀ, ਬਪਤਿਸਮਾ ਲੈਣਾ, ਯਿਸੂ ਮਸੀਹ ਦੇ ਨਾਂ 'ਚ ਬਪਤਿਸਮਾ ਲੈਣਾ ਪੈਣਾ। ਉਸ ਤੋਂ ਬਾਅਦ ਲਗਾਤਾਰ ਸੰਗਤੀ ਆ, ਲਗਾਤਾਰ ਪ੍ਰਾਰਥਨਾ, ਰਸੂਲਾਂ ਦੀ ਸਿੱਖਿਆ, ਇਹ ਸਾਰੇ ਕੰਮ ਸਾਨੂੰ ਕਰਨੇ ਪੈਣੇ, ਤਦ ਹੀ ਸਵਰਗ ਦੇ ਵਿੱਚ ਅਸੀਂ ਜਾ ਸਕਦੇ ਹਾਂ। ਮੈਂ ਇੱਕ ਸੰਦੇਸ਼ ਸੁਣ ਰਿਹਾ ਸੀ ਕਿ ਵੇਖੋ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਦੇ ਲਈ ਬੜੀਆਂ ਫਾਰਮੈਲਿਟੀਆਂ ਨੂੰ ਪੂਰੀਆਂ ਕਰਨਾ ਪੈਂਦਾ, ਕਿ ਜਾਣਾ ਸੌਖਾ ਹੀ ਹੈ। ਉਹ ਕਿੰਨੇ ਲੋਕ ਜਾਣ ਦੇ ਲਈ ਬਹੁਤ ਕੁਝ ਕਰਦੇ ਆ। ਭੈਣ ਭਰਾ ਵਿਆਹ ਕਰਵਾ ਕੇ ਬਾਹਰ ਚਲੇ ਜਾਂਦੇ ਆ। ਭੈਣ ਭਰਾ ਕਹਿਣ ਦਾ ਮਤਲਬ ਕਿ ਬਹੁਤ ਕੁਝ ਲੋਕ ਕਰਦੇ ਆ ਬਾਹਰ ਜਾਣ ਦੇ ਲਈ। ਉੱਥੋਂ ਦੀਆਂ ਬੜੀਆਂ ਕੰਡੀਸ਼ਨਾਂ ਨੂੰ ਪੂਰਾ ਕਰਨਾ ਪੈਂਦਾ। ਤੁਹਾਡੇ ਕੋਲ ਪਾਸਪੋਰਟ ਆ ਜਾਂ ਅੰਬੈਸੀ ਦੇ ਜਿੰਨੇ ਵੀ ਰੂਲ ਆ, ਤੁਹਾਨੂੰ ਸਭ ਉਹ ਪੂਰੇ ਕਰਨੇ ਪੈਂਦੇ, ਤਦ ਤੁਸੀਂ ਬਾਹਰ ਜਾ ਸਕਦੇ। ਤੇ ਵੇਖੋ ਕਿ ਇਸ ਧਰਤੀ ਨੂੰ ਛੱਡ ਕੇ ਸਵਰਗ ਦੇ ਵਿੱਚ ਜਾਣ ਦੇ ਲਈ ਵੀ ਕੁਝ ਕੰਡੀਸ਼ਨਾਂ ਆ, ਔਰ ਉਹਨਾਂ ਕੰਡੀਸ਼ਨਾਂ ਨੂੰ ਜਦ ਤੱਕ ਅਸੀਂ ਪੂਰਾ ਨਹੀਂ ਕਰਦੇ, ਉਹਨਾਂ ਤੱਕ ਅਸੀਂ ਉੱਥੇ ਨਹੀਂ ਜਾ ਸਕਦੇ। ਬਾਈਬਲ ਦੱਸਦੀ ਆ ਕਿ ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ। ਹਿੰਦੀ ਦੇ ਵਿੱਚ ਇਹਨੂੰ ਪਛਤਾਪ ਕਹਿੰਦੇ ਆ, ਮਨ ਫਿਰਾਉਣਾ ਕਹਿੰਦੇ ਆ। ਤੇ ਕੁਝ ਲੋਕਾਂ ਦਾ ਕਹਿੰਦੇ ਆ ਕਿ ਜਿਹੜੀ ਤੌਬਾ ਆ ਉਹ ਦਿਲ ਦੀ ਹੋਣੀ ਚਾਹੀਦੀ। ਉਹ ਕਿਉਂ ਕਹਿੰਦੇ ਆ? ਕਿਉਂਕਿ ਉਹ ਸੰਸਾਰ ਨਾਲ ਵੀ ਜੁੜੇ ਰਹਿਣਾ ਚਾਹੁੰਦੇ ਤੇ ਬਾਈਬਲ ਨੂੰ ਵੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ।
ਪਰ ਤੁਸੀਂ ਦੋਨੇ ਇਕੱਠੇ ਨਹੀਂ ਚੱਲ ਸਕਦੇ। ਜਾਂ ਤਾਂ ਤੁਸੀਂ ਸੰਸਾਰ ਨਾਲ ਚੱਲੋਗੇ ਜਾਂ ਫਿਰ ਤੁਸੀਂ ਪਰਮੇਸ਼ਵਰ ਨਾਲ ਚੱਲੋਗੇ। ਬਾਈਬਲ 'ਚ ਲਿਖਿਆ ਕਿ ਸੰਸਾਰ ਦੇ ਨਾਲ ਮਿੱਤਰਚਾਰਾ, ਪਰਮੇਸ਼ਵਰ ਦੇ ਨਾਲ ਵੈਰ ਆ। ਜਾਂ ਤਾਂ ਤੁਸੀਂ ਸੰਸਾਰ ਨੂੰ ਖੁਸ਼ ਕਰ ਸਕਦੇ ਜਾਂ ਫਿਰ ਤੁਸੀਂ ਪਰਮੇਸ਼ਵਰ ਨੂੰ ਖੁਸ਼ ਕਰ ਸਕਦੇ ਹੋ। ਬਾਈਬਲ 'ਚ ਲਿਖਿਆ ਜਿਹੜਾ ਆਦਮੀ ਆ ਦੋ ਮਾਲਕਾਂ ਦੀ ਭਗਤੀ ਨਹੀਂ ਕਰ ਸਕਦਾ। ਉਹ ਸੇਵਾ ਨਹੀਂ ਕਰ ਸਕਦਾ। ਉਹ ਜਾਂ ਤੇ ਇੱਕ ਨੂੰ ਪਿਆਰ ਕਰੇਗਾ ਤੇ ਦੂਜੇ ਨੂੰ ਨਫ਼ਰਤ ਕਰੇਗਾ। ਇਸੇ ਤਰ੍ਹਾਂ ਤੁਸੀਂ ਦੋ ਮਾਲਕਾਂ ਦੀ ਤੁਸੀਂ ਸੰਸਾਰ ਦੇ ਵਿੱਚ ਰਹਿਣਾ ਤੇ ਸੰਸਾਰ ਦੇ ਵਿੱਚ ਹੀ ਆ। ਹਾਂਜੀ, ਪਰ ਤੁਸੀਂ ਉਹਨਾਂ ਵਾਲੇ ਕੰਮ ਨਹੀਂ ਕਰ ਸਕਦੇ ਅਗਰ ਤੁਸੀਂ ਪਰਮੇਸ਼ਵਰ ਦੇ ਮਗਰ ਚੱਲਣਾ ਚਾਹੁੰਦੇ ਹੋ। ਹਾਲੇਲੂਇਆ। ਪਹਿਲੇ ਯਹੂਨਾ ਨੇ ਤੌਬਾ ਦਾ ਪ੍ਰਚਾਰ ਕੀਤਾ, ਯਿਸੂ ਮਸੀਹ ਨੇ ਕੀਤਾ, ਔਰ ਉਸ ਤੋਂ ਬਾਅਦ ਉਹਦੇ ਚੇਲਿਆਂ ਨੇ ਵੀ ਇਹੀ ਪ੍ਰਚਾਰ ਕੀਤਾ। ਹਾਂਜੀ, ਪਤਰਸ ਨੇ ਵੀ ਇਹੀ ਪ੍ਰਚਾਰ ਕੀਤਾ, ਤੌਬਾ ਕਰੋ ਤੇ ਤੁਹਾਨੂੰ ਆਪਣੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣਾ ਪੈਣਾ, ਤਾਂ ਤੁਸੀਂ ਫਿਰ ਪਵਿੱਤਰ ਆਤਮਾ ਦਾ ਦਾਨ ਪਾਓਗੇ। ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਸਾਡੇ ਬਚਾਅ ਦਾ ਜਿਹਦੇ ਰਾਹੀਂ ਅਸੀਂ ਬਚ ਸਕਦੇ ਹਾਂ। ਹੁਣ ਵੇਖੋ ਕਿ ਇਹ ਜਿਹੜੀ ਤੌਬਾ ਆ ਇਹ ਪਰਮੇਸ਼ਵਰ ਦੀ ਬਖਸ਼ਿਸ਼ ਆ। ਇਹ ਤੁਹਾਡਾ ਕੋਈ ਨਹੀਂ ਆ ਕਿ ਜਾਂ ਕਿਸੇ ਨੇ ਤੁਹਾਨੂੰ ਦੱਸਿਆ ਹੈ ਨਾ। ਇਹ ਪਰਮੇਸ਼ਵਰ ਦੀ ਯੋਜਨਾ ਕਿ ਉਹਨੇ ਬੰਦੇ ਠਹਿਰਾਏ ਆ, ਉਹਨੇ ਪ੍ਰਚਾਰ ਕਰਨਾ, ਉਹਨੇ ਤੁਹਾਨੂੰ ਦੱਸਣਾ। ਪਰ ਜਦ ਤੱਕ ਪਰਮੇਸ਼ਵਰ ਦੀ ਬਖਸ਼ਿਸ਼ ਤੁਹਾਡੇ ਉੱਪਰ ਨਹੀਂ ਹੈ ਉਹਨਾਂ ਤੱਕ ਤੁਸੀਂ ਤੌਬਾ ਨਹੀਂ ਕਰ ਸਕਦੇ। ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ। ਠੀਕ ਹੈ, ਇਹਦਾ ਮਤਲਬ ਇਹ ਆ ਕਿ ਅਗਰ ਤੁਸੀਂ ਆਪਣਾ ਜੀਵਨ ਪਰਮੇਸ਼ਵਰ ਨੂੰ ਦਿੰਦੇ ਹੋ ਤੇ ਇਹਦੇ ਵਿੱਚ ਤੁਹਾਡੀ ਕੋਈ ਖੋਜ ਨਹੀਂ ਆ, ਤੁਹਾਡੀ ਕੋਈ ਪੜ੍ਹਾਈ ਲਿਖਾਈ ਨੇ ਕੁਛ ਐਕਸਟਰਾ ਲੱਭ ਨਹੀਂ ਲਿਆ ਕਿ ਮੈਂ ਸੰਦੇਸ਼ ਨੂੰ ਹੀ ਕਬੂਲ ਕਰਾਂ। ਪਰ ਪਰਮੇਸ਼ਵਰ ਦੇ ਕੋਲ ਇੱਕ ਯੋਜਨਾ ਹੈ ਤੁਹਾਨੂੰ ਬਚਾਉਣ ਦੇ ਲਈ। ਉਹ ਹੋ ਸਕਦਾ ਤੁਹਾਡੇ ਤੇ ਬਿਮਾਰੀ ਲੈ ਕੇ ਆਵੇ ਔਰ ਤੁਸੀਂ ਪਰਮੇਸ਼ਵਰ ਦੀ ਵੱਲ ਜਾਓ, ਔਰ ਉਹਦੇ ਕੋਲ ਹੋਰ ਵੀ ਬੜੇ ਤਰੀਕੇ ਆ ਤਾਂ ਕਿ ਪਰਮੇਸ਼ਵਰ ਦੇ ਨਾਲ ਤੁਹਾਡਾ ਮਿਲਾਪ ਹੋ ਸਕੇ। ਹਾਲੇਲੂਇਆ। ਔਰ ਜਦ ਅਸੀਂ ਉਹ ਜੱਕੀ ਦੇ ਬਾਰੇ ਵੇਖਾਂਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਉੱਥੇ ਵੀ ਇੱਕ ਜਰੀਆ ਸੀ ਜੱਕੀ ਦੇ ਬਚਾਅ ਦਾ। ਔਰ ਜੇ ਇਹ ਚੀਜ਼ਾਂ ਬਾਈਬਲ ਦੇ ਵਿੱਚ ਨਹੀਂ ਆ, ਪਰ ਨਬੀ ਨੇ ਕਿਹਾ ਕਿ ਉਹਦੀ ਪਤਨੀ ਦਾ ਨਾਂ ਸੀ ਰਿਬਕਾ ਇਹ ਸੰਦੇਸ਼ ਦੇ ਵਿੱਚ। ਤੇ ਜਿਹੜਾ ਆਪਾਂ ਉਸ ਤੋਂ ਬਾਅਦ ਥੋੜੀ ਗੱਲ ਕਰਾਂਗੇ ਤੌਬਾ ਦੇ ਉੱਪਰ, ਮੈਂ ਇਹ ਥੋੜਾ ਲੈਣਾ ਚਾਹੁੰਦਾ ਇਸ ਸੰਦੇਸ਼ ਦੇ ਵਿੱਚੋਂ। ਹੁਣ ਵੇਖੋ ਕਿ ਜਿਹੜਾ ਜੱਕੀ ਸੀ, ਬਾਈਬਲ ਦੱਸਦੀ ਆ ਕਿ ਜੱਕੀ ਮਸੂਲੀਆ ਸੀ ਔਰ ਇੱਕ ਆਫੀਸਰ ਸੀ, ਅਮੀਰ ਬੰਦਾ ਸੀ। ਹਾਂ, 19 ਅਧਿਆਏ ਦੇ ਵਿੱਚ ਆ। ਉਹ ਜਿਰਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਵੇਖੋ ਜੱਕੀ ਨਾਂ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆਂ ਦਾ ਸਰਦਾਰ ਅਤੇ ਧਨਵਾਨ ਸੀ। ਠੀਕ ਹੈ, ਬਾਈਬਲ ਦੱਸਦੀ ਹੈ ਕਿ ਇਹ ਵੱਡਾ ਆਫੀਸਰ ਸੀ, ਟੈਕਸ ਕਲੈਕਟਰ ਸੀ ਇਹ, ਔਰ ਇਹ ਧਨਵਾਨ ਸੀ। ਪਰ ਧਨਵਾਨ ਹੋਣ ਦੇ ਨਾਲ ਨਾਲ ਨਬੀ ਨੇ ਕਿਹਾ ਕਿ ਉਹਨੇ ਗਲਤ ਤਰੀਕੇ ਦੇ ਨਾਲ ਸੰਪਤੀ ਇਕੱਠੀ ਨਹੀਂ ਸੀ ਕੀਤੀ। ਇਹਦੇ ਬਾਵਜੂਦ ਉਹ ਭਾਵੇਂ ਅਮੀਰ ਸੀ ਪਰ ਉਹ ਇਮਾਨਦਾਰ ਸੀ। ਤੇ ਇੱਕ ਦਿਨ ਉਹ ਬੜਾ ਪਰੇਸ਼ਾਨ ਹੈ। ਨਬੀ ਨੇ ਕਿਹਾ ਹੋ ਸਕਦਾ ਬਿਜ਼ਨਸ ਵਿੱਚ ਇਹਨੂੰ ਘਾਟਾ ਪਿਆ ਹੋਵੇ, ਔਰ ਉਸ ਰਾਤ ਉਹਨੂੰ ਨੀਂਦ ਨਹੀਂ ਆਈ। ਔਰ ਜਦੋਂ ਉਹਨੂੰ ਨੀਂਦ ਨਹੀਂ ਆਈ ਤੇ ਉਹਦੇ ਕੋਲ ਇੱਕ ਵਿਸ਼ਵਾਸਣ ਪਤਨੀ ਆ। ਧਿਆਨ ਨਾਲ ਸੁਣਿਓ,
ਉਹਦੇ ਕੋਲ ਇੱਕ ਵਿਸ਼ਵਾਸਨ ਪਤਨੀ ਆ ਔਰ ਉਹਨੂੰ ਵਿਸ਼ਵਾਸ ਆ ਕਿ ਉਹ ਇੱਕ ਦਿਨ ਜ਼ਰੂਰ ਆਪਣੇ ਪਤੀ ਨੂੰ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਤੱਕ ਲੈ ਕੇ ਜਾਏਗੀ। ਆਮੀਨ। ਯਾਦ ਅਸੀਂ ਪੜ੍ਹੀਏ ਇਸ ਸੰਦੇਸ਼ ਦਾ ਪੈਰਾ ਨੰਬਰ 9, ਇੱਥੇ ਲਿਖਿਆ ਕਿ ਜਿਹੜੀ ਰਿਬਕਾ ਸੀ ਉਹ ਯਿਸੂ ਮਸੀਹ ਦੀ ਵਿਸ਼ਵਾਸਨ ਸੀ। ਰਿਬਕਾ ਜੱਕੀ ਦੀ ਪਤਨੀ, ਔਰ ਉਹ ਹਰ ਸਮੇਂ ਆਪਣੇ ਪਤੀ ਦੇ ਲਈ ਜੋ ਕਿ ਬਿਜ਼ਨਸਮੈਨ ਸੀ ਉਹਦੇ ਲਈ ਹਮੇਸ਼ਾ ਹੀ ਪ੍ਰਾਰਥਨਾ ਕਰਦੀ ਸੀ ਕਿ ਪ੍ਰਭੂ ਇਹ ਬੰਦਾ ਬਿਜ਼ਨਸਮੈਨ ਆ, ਬਿਜ਼ਨਸਮੈਨ ਤੋਂ ਇਹ ਤੇਰਾ ਫਾਲੋਵਰ ਬਣ ਜਾਵੇ। ਆਮੀਨ। ਥੋੜੀ ਜਿਹੀ ਟ੍ਰਾਂਸਲੇਸ਼ਨ ਤੇ ਮੈਨੂੰ ਮੁਸ਼ਕਲ ਆ ਜਾਂਦੀ ਤਾਂ ਰੁਕਣਾ ਪੈਂਦਾ। ਆਮੀਨ। ਸੋ ਨਬੀ ਇੱਥੇ ਕਹਿ ਰਿਹਾ ਕਿ ਇੱਕ ਜਿਹੜੀ ਪ੍ਰਾਰਥਨਾ ਕਰਨ ਵਾਲੀ ਪਤਨੀ ਆ ਜਾਂ ਇੱਕ ਪ੍ਰਾਰਥਨਾ ਕਰਨ ਵਾਲੀ ਮਾਂ ਆ, ਬੜੇ ਧਿਆਨ ਨਾਲ ਸੁਣਿਓ, ਇੱਕ ਪ੍ਰਾਰਥਨਾ ਕਰਨ ਵਾਲੀ ਪਤਨੀ, ਦੂਜਾ ਨੰਬਰ ਇੱਕ ਪ੍ਰਾਰਥਨਾ ਕਰਨ ਵਾਲੀ ਮਾਂ। ਨਬੀ ਨੇ ਕਿਹਾ ਜੋ ਇੱਕ ਜਿਹੜਾ ਪ੍ਰਚਾਰਕ ਆ ਪੁਲਪਟ ਤੇ ਕਰਦਾ ਹੈ ਕੰਮ, ਉਹ ਇੱਕ ਪ੍ਰਾਰਥਨਾ ਕਰਨ ਵਾਲੀ ਮਾਂ, ਪ੍ਰਾਰਥਨਾ ਕਰਨ ਵਾਲੀ ਪਤਨੀ, ਉਹ ਆਪਣੇ ਬੱਚਿਆਂ ਲਈ ਘਰ ਦੇ ਵਿੱਚ, ਆਪਣੇ ਪਤੀ ਲਈ ਘਰ ਦੇ ਵਿੱਚ, ਔਰ ਆਪਣੇ ਸਾਕ ਸੰਬੰਧੀਆਂ ਲਈ ਘਰ ਦੇ ਵਿੱਚ ਉਹੀ ਕੰਮ ਕਰਦੇ ਆ ਜਿੱਦਾਂ ਇੱਕ ਪ੍ਰਚਾਰਕ ਪੁਲਪਟ ਤੇ ਲੋਕਾਂ ਨੂੰ ਬਚਾਅ ਦੇ ਲਈ ਪ੍ਰਾਰਥਨਾ ਕਰਦਾ, ਬੇਨਤੀਆਂ ਕਰਦਾ। ਇੱਕ ਜਿਹੜੀ ਪ੍ਰਾਰਥਨਾ ਕਰਨ ਵਾਲੀ ਪਤਨੀ ਆ ਔਰ ਇੱਕ ਪ੍ਰਾਰਥਨਾ ਕਰਨ ਵਾਲੀ ਮਾਂ ਆ। ਹਾਲੇਲੂਇਆ। ਹੁਣ ਯਿਸੂ ਜਦੋਂ ਉਹ ਜਿਰਹੋ ਦੇ ਵਿੱਚ ਆਇਆ ਤੇ ਉਹ ਜਿਹੜਾ ਧਨਵਾਨ ਸੀ ਜੱਕੀ, ਉਹ ਉਹਨੂੰ ਵੇਖਣਾ ਚਾਹੁੰਦਾ ਸੀ, ਉਹਨੂੰ ਉਹ ਮਿਲਣਾ ਚਾਹੁੰਦਾ ਸੀ। ਭਾਵੇਂ ਕਿ ਬਾਈਬਲ ਦੱਸ ਰਹੀ ਕਿ ਉਹ ਬੰਦਾ ਮਦਰਾ ਸੀ ਔਰ ਇਸ ਕਰਕੇ ਇਸ ਕਠਿਨਾਈ ਦੇ ਬਾਵਜੂਦ ਵੀ ਯਿਸੂ ਮਸੀਹ ਨੂੰ ਮਿਲਣ ਦੀ ਇੱਛਾ ਜਿਹੜੀ ਸੀ ਉਹਦੇ ਮਨ ਦੇ ਵਿੱਚੋਂ ਖਤਮ ਨਹੀਂ ਹੋਈ। ਔਰ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਭਾਵੇਂ ਕਿੰਨੀਆਂ ਵੀ ਅਗਰ ਤੁਸੀਂ ਠਾਣ ਲਿਆ ਕਿ ਮੈਂ ਯਿਸੂ ਨੂੰ ਮਿਲਣਾ ਆ, ਤੇ ਜਿੰਨੀਆਂ ਮਰਜ਼ੀ ਮੁਸੀਬਤਾਂ ਤੁਹਾਡੇ ਰਸਤੇ ਦੇ ਵਿੱਚ ਕਿਉਂ ਨਾ ਹੋਣ, ਤੁਸੀਂ ਉਹਨਾਂ ਨੂੰ ਇੱਕ ਪਾਸੇ ਕਰਕੇ ਯਿਸੂ ਨੂੰ ਮਿਲਣ ਦਾ ਤਰੀਕਾ ਲੱਭ ਹੀ ਲਓਗੇ ਜਿੱਦਾਂ ਇਸ ਜੱਕੀ ਨੇ ਲੱਭ ਲਿਆ। ਔਰ ਉਹਨੇ ਕਿਹਾ ਕਿ ਮੈਂ ਯਿਸੂ ਨੂੰ ਨਾ ਨਜ਼ਰ ਆਵਾਂ ਪਰ ਮੈਂ ਰੁੱਖ ਦੇ ਉੱਪਰ ਚੜ੍ਹ ਕੇ ਉਹਨੂੰ ਵੇਖ ਲਵਾਂਗਾ। ਔਰ ਜਦ ਹੀ ਉਹ ਗੁੱਲੜ ਦੇ ਰੁੱਖ ਤੇ ਆ, ਉਹਨੇ ਆਪਣੇ ਆਪ ਨੂੰ ਬਿਲਕੁਲ ਛੁਪਾ ਲਿਆ ਟਹਿਣੀਆਂ ਦੇ ਨਾਲ ਤਾਂ ਕਿ ਹੋਰ ਕੋਈ ਮੈਨੂੰ ਵੇਖ ਨਾ ਸਕੇ। ਔਰ ਜਦ ਹੀ ਉਹ ਯਿਸੂ ਮਸੀਹ ਉਸ ਜਗ੍ਹਾ ਤੋਂ ਆਇਆ ਔਰ ਉਸੇ ਰੁੱਖ ਦੇ ਹੇਠਾਂ ਰੁਕ ਗਿਆ। ਉਹ ਭੈਣ ਤੇ ਭਰਾਵੋ ਨੂੰ ਪਤਾ ਆ ਕਿ ਮੇਰੀ ਭੇਡ ਕਿਹੜੀ, ਮੇਰੀ ਭੇਡ ਕਿੱਥੇ ਆ। ਔਰ ਜਦ ਹੀ ਉਸ ਰੁੱਖ ਦੇ ਹੇਠਾਂ ਉਹ ਰੁਕਿਆ, 5 ਆਇਤ ਤੋਂ ਪੜ੍ਹਦੇ ਹਾਂ, ਪਰ ਯਿਸੂ ਜਾਂ ਉਸ ਥਾਂ ਤੇ ਆਇਆ ਤੇ ਤਾਂ ਉਤਾਂ ਨਜ਼ਰ ਮਾਰ ਕੇ ਉਹਨੂੰ ਆਖਿਆ, ਹੇ ਜੱਕੀ ਛੇਤੀ ਨਾ ਉਤਰ ਆ, ਕਿਉਂ ਜੋ ਅੱਜ ਮੈਂ ਤੇਰੇ ਹੀ ਘਰ ਜਾਣਾ ਹੈ। ਤਾਂ ਛੇਤੀ ਅਤੇ ਖੁਸ਼ੀ ਨਾਲ ਉਸ ਦਾ ਆਦਰ ਭਾਵ ਉਹਨੇ ਕੀਤਾ। ਹੁਣ ਵੇਖੋ ਕਿ ਜੋ ਬੰਦਾ ਪਰਮੇਸ਼ਵਰ ਤੋਂ ਇੱਛਾ ਰੱਖ ਰਿਹਾ ਹੋਵੇ ਤੇ ਉਸ ਬੰਦੇ ਦੀ ਇੱਛਾ ਉਸੇ ਘੜੀ ਪੂਰੀ ਹੋ ਜਾਏ ਤੇ ਉਹ ਬੰਦਾ ਕਿੰਨਾ ਖੁਸ਼ ਹੋਏਗਾ। ਔਰ ਯਦੀ ਉਹਨੇ ਕਿਹਾ ਕਿ ਜੱਕੀ ਜਲਦੀ ਰੁੱਖ ਤੋਂ ਉਤਰਿਆ, ਅੱਜ ਮੈਂ ਤੇਰੇ ਹੀ ਘਰ ਦੇ ਵਿੱਚ ਜਾਣਾ ਹੈ। ਪਰ ਜਦੋਂ ਯਿਸੂ ਮਸੀਹ ਉਹਦੇ ਘਰ ਦੇ ਵਿੱਚ ਗਿਆ ਤੇ ਜਿਹੜੇ ਦੂਜੇ ਹੀ ਵੇਖਣ ਵਾਲੇ ਉਹਨਾਂ ਨੇ ਕਿਹਾ, ਵੇਖੋ ਇਹ ਕਿੱਦਾਂ ਦੇ ਬੰਦੇ ਦੇ ਘਰ ਦੇ ਵਿੱਚ ਉਤਰਿਆ ਹੈ, ਇਹ ਇੱਕ ਪਾਪੀ ਮਨੁੱਖ ਆ। ਪਰ ਜੱਕੀ ਨੇ ਖਲੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ,
ਅਤੇ ਜੇ ਮੈਂ ਕਿਸੇ ਉੱਤੇ ਊਜ ਲਾ ਕੇ, ਇੱਥੇ ਨਬੀ ਕਹਿ ਰਿਹਾ ਕਿ ਉਹ ਇਮਾਨਦਾਰ ਬੰਦਾ ਸੀ, ਉਹਨੇ ਗਲਤ ਤਰੀਕੇ ਦੇ ਨਾਲ ਸੰਪਤੀ ਇਕੱਠੀ ਨਹੀਂ ਸੀ ਕੀਤੀ, ਪਰ ਇੱਥੇ ਉਹ ਪਛਤਾਪ ਕਰ ਰਿਹਾ, ਤੌਬਾ ਕਰ ਰਿਹਾ ਔਰ ਮੰਨ ਰਿਹਾ ਕਿ ਪ੍ਰਭੂ ਜੇ ਕਿਤੇ ਮੈਂ ਗਲਤ ਤਰੀਕੇ ਦੇ ਨਾਲ ਕਿਸੇ ਤੋਂ ਵੱਧ ਲਿਆ ਤੇ ਮੈਂ ਉਹਨੂੰ 4 ਗੁਣਾ ਕਰਕੇ ਮੋੜ ਦਿੰਦਾ। ਫਿਰ ਕੋ ਵਾਦਾ ਘਾਟਾ ਹੋ ਗਿਆ। ਹਾਂਜੀ, ਪਰ ਨਬੀ ਕਹਿ ਰਿਹਾ ਉਹ ਇਮਾਨਦਾਰ ਸੀ, ਹੋਇਆ ਨਹੀਂ, ਪਰ ਉਹਨੇ ਕਿਹਾ ਜੇ ਹੋ ਗਿਆ ਆ ਤੇ ਮੈਂ ਇਹ 4 ਗੁਣਾ ਕਰਕੇ ਉਹਨੂੰ ਮੋੜਦਾ। ਤੇ ਯਿਸੂ ਨੇ ਉਹਨੂੰ ਆਖਿਆ ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਹੈ। ਇਹ ਮੁਕਤੀ ਕਦੋਂ ਆਉਂਦੀ ਆ? ਜਦ ਅਸੀਂ ਤੌਬਾ ਕਰ ਲੈਂਦੇ ਹਾਂ, ਜਦ ਅਸੀਂ ਪਛਤਾਪ ਕਰਦੇ ਹਾਂ ਔਰ ਆਪਣੇ ਗੁਨਾਹਾਂ ਨੂੰ ਮੰਨ ਲੈਂਦੇ ਹਾਂ, ਤਦ ਹੀ ਉਸ ਘਰ ਦੇ ਵਿੱਚ ਮੁਕਤੀ ਆਈ। ਜਦੋਂ ਉਹਨੇ ਮੰਨ ਲਿਆ ਕਿ ਮੈਂ ਜੇ ਕੁਛ ਗਲਤ ਕੀਤਾ ਆ, ਊਜ ਲਾ ਕੇ ਕਿਸੇ ਤੋਂ ਵਾਅਦਾ ਲਿਆ ਆ, ਤੇ ਮੈਂ 4 ਗੁਣਾ ਫਿਰ ਵਾਪਸ ਉਹਨੂੰ ਕਰ ਦਿੰਦਾ। ਅੱਜ ਵੀ ਇਹੀ ਤਰੀਕਾ ਆ। ਅਗਰ ਯਿਸੂ ਮਸੀਹ ਇਸ ਘਰ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਉਹ ਆਵੇ, ਤੇ ਲੋੜ ਆ ਜੱਕੀ ਵਾਂਗੂ ਸਾਨੂੰ ਪਛਤਾਪ ਕਰਨ ਦੀ। ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਦੇਹ ਰੂਪੀ ਘਰ ਦੇ ਵਿੱਚ ਆਵੇ, ਤੇ ਲੋੜ ਆ ਕਿ ਜੱਕੀ ਵਾਂਗੂ ਮੰਨੀਏ ਕਿ ਪ੍ਰਭੂ ਆ ਚੀਜ਼ਾਂ ਮੇਰੇ ਕੋ ਅੱਜ ਤੱਕ ਗਲਤ ਹੁੰਦੀਆਂ ਰਹੀਆਂ ਤੇ ਅੱਜ ਤੋਂ ਹੀ ਇਹਨਾਂ ਨੂੰ ਮੈਂ ਛੱਡਦਾ ਹਾਂ। ਆਮੀਨ। ਤੇ ਫਿਰ ਉਸ ਘਰ ਦੇ ਵਿੱਚ ਨਜਾਤ ਆਏਗੀ, ਮੁਕਤੀ ਆਏਗੀ। ਤੇ ਬਾਈਬਲ ਦੱਸਦੀ ਆ ਯਿਸੂ ਮਸੀਹ ਨੇ ਕਿਹਾ ਇਹ ਅਬਰਾਹਮ ਦਾ ਪੁੱਤਰ ਆ, ਕਿਉਂ ਜੋ ਮਨੁੱਖ ਦਾ ਪੁੱਤਰ ਗਵਾਚੇ ਹੋਏ ਨੂੰ ਭਾਲਣ ਅਤੇ ਬਚਾਉਣ ਦੇ ਲਈ ਆਇਆ। ਔਰ ਯਿਸੂ ਮਸੀਹ ਦੇ ਨਾਂ ਦਾ ਹੀ ਮਤਲਬ ਆ ਮੁਕਤੀ ਦਾਤਾ, ਉਹਦੇ ਨਾਂ ਦਾ ਹੀ ਮਤਲਬ ਆ ਬਚਾਉਣ ਵਾਲਾ। ਯਿਸੂ ਮਸੀਹ ਇਸ ਧਰਤੀ ਤੇ ਸਾਨੂੰ ਬਚਾਉਣ ਦੇ ਲਈ ਆਇਆ, ਕਿਉਂਕਿ ਤੁਸੀਂ ਜਾਣਦੇ ਹੋ ਕਿ ਬਾਈਬਲ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਬੜੀਆਂ ਉਹ ਬਲੀਆਂ ਚੜ੍ਹਦੀਆਂ ਰਹੀਆਂ, ਪਰ ਉਹ ਬਲੀਆਂ ਬੰਦੇ ਦੇ ਲਈ ਉਹ ਸਾਲ ਤੱਕ ਕੰਮ ਕਰਦੀਆਂ ਸੀ। 1 ਸਾਲ ਬਾਅਦ ਉਹਨਾਂ ਨੂੰ ਦੁਬਾਰਾ ਉਹ ਲੇਲਾ ਲੈ ਕੇ ਜਾਣਾ ਪੈਂਦਾ ਸੀ, ਉਹਨਾਂ ਨੂੰ ਦੁਬਾਰਾ ਕਬੂਤਰਾਂ ਦੀਆਂ ਬਲੀਆਂ ਚੜਾਉਣੀਆਂ ਪੈਂਦੀਆਂ ਸੀ, ਉਹਨਾਂ ਨੂੰ ਦੁਬਾਰਾ ਬੱਕਰਿਆਂ ਛਤਰਿਆਂ ਦੀਆਂ ਕੁਰਬਾਨੀਆਂ ਚੜਾਉਣੀਆਂ ਪੈਂਦੀਆਂ ਸੀ। ਪਰ ਜਦ ਯਿਸੂ ਮਸੀਹ ਅਸਲ ਲੇਲਾ ਜੋ ਪੁਰਾਣੇ ਨਿਯਮ 'ਚ ਪਰਛਾਵੇਂ ਦੇ ਤੌਰ ਤੇ ਉਹ ਬਲੀਆਂ ਚੜ੍ਹਦੀਆਂ ਰਹੀਆਂ ਪਸ਼ੂਆਂ ਦੀਆਂ, ਪਰ ਜਦੋਂ ਅਸਲ ਲੇਲਾ ਇਸ ਧਰਤੀ ਦੇ ਉੱਪਰ ਆ ਗਿਆ ਤੇ ਬਾਈਬਲ ਸਾਨੂੰ ਦੱਸਦੀ ਆ ਕਿ ਉਹਨੇ ਇੱਕੋ ਵਾਰ ਦੀ ਕੁਰਬਾਨੀ ਦੇ ਨਾਲ ਜੋ ਸ਼ੁੱਧ ਹੋਣਾ ਚਾਹੁੰਦੇ ਆ ਉਹਨਾਂ ਨੂੰ ਉਹਨੇ ਸਦਾ ਦੇ ਲਈ ਸ਼ੁੱਧ ਕਰ ਦਿੱਤਾ ਹੈ। ਹੁਣ ਤੁਹਾਨੂੰ ਬਾਰ-ਬਾਰ ਕੁਰਬਾਨੀਆਂ ਚੜਾਉਣ ਦੀ ਲੋੜ ਨਹੀਂ ਆ, ਕਿਉਂਕਿ ਉਹ ਸਿੱਧ ਕੁਰਬਾਨੀ ਚੜਾਈ ਗਈ ਆ। ਬਸ ਹੁਣ ਤੁਸੀਂ ਜਦੋਂ ਸਿੱਧ ਕੁਰਬਾਨੀ ਨੂੰ ਕਬੂਲ ਕਰਦੇ ਹੋ ਤੇ ਤੁਹਾਡਾ ਫਿਰ ਬਚਾਅ ਆ, ਤੁਹਾਡੇ ਪਾਪ ਸਦਾ ਦੇ ਲਈ ਖਤਮ ਹੋ ਜਾਂਦੇ। ਉਹ ਬਾਈ ਦਾਊਦ ਕਹਿੰਦਾ ਉਹ ਫਿਰ ਉਹਨਾਂ ਨੂੰ ਯਾਦ ਹੀ ਨਹੀਂ ਕਰਦਾ। ਵੇਖੋ ਸਾਡਾ ਪ੍ਰਭੂ ਕਿੰਨਾ ਭਲਾ ਆ, ਉਹ ਭੁੱਲ ਜਾਣ ਵਾਲੇ ਸਮੁੰਦਰ ਦੇ ਵਿੱਚ ਸੁੱਟ ਦਿੰਦਾ ਆ ਤੁਹਾਡੇ ਗਲਤੀਆਂ ਗੁਨਾਹਾਂ ਨੂੰ। ਉਹ ਬਾਈਬਲ ਦੱਸਦੀ ਆ ਕਿ ਤੁਹਾਡੇ ਪਾਪ ਭਾਵੇਂ ਕਿਰਮਚੀ ਰੰਗ ਦੇ ਕਿਉਂ ਨਾ ਹੋਣ, ਉਹ ਉਹਨਾਂ ਨੂੰ ਫਿਰ ਬਰਫ਼ ਦੇ ਸਮਾਨ ਚਿੱਟੇ ਕਰ ਦਿੰਦਾ ਹੈ। ਕਿੰਨਾ ਪਰਮੇਸ਼ਰ ਭਲਾ ਆ। ਕਿੰਨੇ ਆਮੀਨ ਕਹਿ ਸਕਦੇ ਆ? ਹਾਲੇਲੂਇਆ। ਧਿਆਨ ਦਿਓ ਕਿ ਜਦੋਂ ਉਹ ਜਾਜਕ ਉਹ ਜਿਹੜਾ ਬਲੀ ਲੈ ਕੇ ਆਉਂਦਾ ਸੀ, ਇੱਕ ਪਾਪੀ ਆਦਮੀ, ਔਰ ਉਹਦੇ ਹੱਥ ਉਸ ਲੇਲੇ ਤੇ ਰਖਾਉਂਦਾ ਸੀ, ਇਹਦਾ ਮਤਲਬ ਇਹ ਹੈ ਕਿ ਮਰਨਾ ਉਸ ਪਾਪੀ ਬੰਦੇ ਨੇ ਸੀ, ਪਰ ਉਹਦੇ ਲਈ ਕੋਈ ਮਰਿਆ। ਜਦੋਂ ਉਹਦੇ ਲਈ ਉਹ ਪਾਪੀ ਦੇ ਲਈ ਉਹ ਲੇਲਾ ਮਰਿਆ ਜਿਹਦੇ ਉੱਤੇ ਉਹਨੇ ਹੱਥ ਰੱਖੇ, ਔਰ ਉਹ ਉਸ ਪਾਪੀ ਆਦਮੀ ਦੇ ਪਾਪ ਉਹਦੇ ਉੱਪਰ ਚਲੇ ਗਏ, ਪਰ ਉਹ ਕਿਸ ਸਮੇਂ ਲਈ ਸੀ? ਸਿਰਫ 1 ਸਾਲ ਵਾਸਤੇ। ਉਹ ਬੱਕਰਿਆਂ ਛਤਰਿਆਂ ਦਾ ਲਹੂ ਪਾਪਾਂ ਨੂੰ ਢੱਕਦਾ ਸੀ, ਪਰ ਜਦੋਂ ਅਸਲ ਕੁਰਬਾਨੀ ਯਿਸੂ ਮਸੀਹ ਇਸ ਧਰਤੀ ਦੇ ਉੱਪਰ ਆਇਆ, ਉਹਨੇ ਪਾਪਾਂ ਨੂੰ ਢੱਕਿਆ ਨਹੀਂ। ਉਹਦਾ ਲਹੂ ਜਿਹੜਾ ਆ ਉਹਨੇ ਸਾਡੇ ਪਾਪਾਂ ਨੂੰ ਸਦਾ ਦੇ ਲਈ ਖਤਮ ਕਰ ਦਿੱਤਾ ਹੈ। ਹੁਣ ਧਿਆਨ ਦਿਓ, ਜਦੋਂ ਉਹ ਲੇਲਾ ਇੱਕ ਪਾਪੀ ਲੈ ਕੇ ਜਾਂਦਾ ਸੀ ਤੇ ਜਾਜਕ ਉਸ ਪਾਪੀ ਨੂੰ ਨਹੀਂ ਸੀ ਵੇਖਦਾ, ਲੇਲੇ ਨੂੰ ਚੈੱਕ ਕਰਦਾ ਸੀ। ਜਦੋਂ ਲੇਲੇ ਨੂੰ ਚੈੱਕ ਕਰਦਾ ਕਿ ਲੇਲੇ ਦੀਆਂ ਅੱਖਾਂ ਠੀਕ ਆ, ਇਹਦੀ ਲੱਤ ਨਹੀਂ ਟੁੱਟੀ,
ਜਾਂ ਇਹਦੇ ਸਰੀਰ ਦੇ ਉੱਪਰ ਕੋਈ ਜ਼ਖਮ ਨਹੀਂ ਆ, ਦਾਗ ਨਹੀਂ ਆ, ਤੇ ਉਸ ਸਿੱਧ ਕੁਰਬਾਨੀ ਨੂੰ ਚੜਾਉਂਦਾ ਸੀ। ਇਸੇ ਤਰ੍ਹਾਂ ਭੈਣ ਤੇ ਭਰਾਓ ਸਾਡਾ ਲੇਲਾ ਬੇਦਾਗ ਆ, ਉਹਦੇ ਵਿੱਚ ਕੋਈ ਬੱਜ ਕੋਈ ਝੁਰੜੀ ਨਹੀਂ ਆ। ਇਸ ਕਰਕੇ ਯਦੀ ਨਿਆਂ ਹੁੰਦਾ ਤੇ ਜਾਂ ਸਾਡਾ ਨਾਮ ਉਸ ਲੇਲੇ ਦੇ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਜਾਂਦਾ ਆ, ਤੇ ਫਿਰ ਪਰਮੇਸ਼ਵਰ ਸਾਨੂੰ ਨਹੀਂ ਵੇਖਦਾ, ਉਹ ਉਸ ਸਿੱਧ ਕੁਰਬਾਨੀ ਨੂੰ ਵੇਖਦਾ ਹੈ। ਔਰ ਜਾਂ ਤੁਸੀਂ ਸਿੱਧ ਕੁਰਬਾਨੀ ਨੂੰ ਕਬੂਲ ਕੀਤਾ ਹੁੰਦਾ ਫਿਰ ਤੁਹਾਡੇ ਪਾਪ ਖਤਮ ਆ, ਤੁਹਾਡੇ ਪਾਪ ਮਾਫ ਹੋ ਚੁੱਕੇ ਆ। ਬਰਫ਼ ਦੇ ਸਮਾਨ ਜਿਹੜੇ ਕਿਰਮਚੀ ਰੰਗ ਦੇ ਆ, ਉਹ ਜਿਹੜੇ ਲਹੂ ਦੇ ਵਰਗੇ ਆ, ਉਹ ਫਿਰ ਬਰਫ਼ ਦੇ ਵਾਂਗੂ ਚਿੱਟੇ ਹੋ ਜਾਂਦੇ ਆ। ਹਾਲੇਲੂਇਆ। ਇਸ ਲਈ ਭੈਣ ਤੇ ਭਰਾਵੋ ਲੋੜ ਆ ਸਾਨੂੰ ਸੱਚਾ ਤੌਬਾ ਦੀ, ਸੱਚੇ ਪਛਤਾਪ ਦੀ। ਔਰ ਮੈਂ ਗੱਲ ਕਰਨੀ ਚਾਹੁੰਦਾ, ਹੁਣ ਕਈ ਵਾਰੀ ਜਦ ਅਸੀਂ ਤੌਬਾ ਕਰਦੇ ਹਾਂ ਤੇ ਉਹਦੇ ਪਿੱਛੇ ਮਕਸਦ ਕੀ ਹੈ ਸਾਡਾ ਤੌਬਾ ਕਰਨ ਦਾ? ਕਿ ਸਾਡਾ ਮਕਸਦ ਕੋਈ ਦੁਨਿਆਵੀ ਚੀਜ਼ ਨੂੰ ਪ੍ਰਾਪਤ ਕਰਨਾ ਤੇ ਨਹੀਂ। ਭਾਈ ਹੋਰਾਂ ਨੇ ਤੁਹਾਨੂੰ ਗੱਲ ਯਾਦ ਹੋਣੀ, ਜਦ ਕੋਟ ਵਾਲੀ ਭੈਣ ਦੇ ਲੜਕੇ ਦਾ ਸ਼ਾਦੀ ਸੀ ਤੇ ਭਾਈ ਹੋਰਾਂ ਨੇ ਗੱਲ ਬੋਲੀ ਸੀ। ਉਹਨਾਂ ਕਿਹਾ ਸੀ ਕਿ ਕੁਛ ਲੋਕ ਵਿਆਹ ਕਰਵਾਉਣ ਦੇ ਲਈ ਵੀ ਚਰਚ ਆਉਂਦੇ ਆ। ਕਿੰਨਿਆਂ ਨੂੰ ਯਾਦ ਆ? ਤੇ ਮੈਂ ਹੁਣ ਇੱਥੇ ਕਹਿਣਾ ਚਾਹੁੰਦਾ ਕਿ ਜਿਹੜੀ ਸਾਡੀ ਤੌਬਾ ਆ, ਇਹ ਨਹੀਂ ਕਿ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਹੋਵੇ। ਬਸ ਇਹ ਨਹੀਂ ਕਿ ਮੈਨੂੰ ਚੰਗਿਆਈ ਮਿਲ ਜਾਏ ਜਾਂ ਕੋਈ ਦੁਨਿਆਈ ਚੀਜ਼ ਪ੍ਰਾਪਤ ਕਰਨ ਦੇ ਲਈ, ਪਰ ਸਾਡੀ ਤੌਬਾ ਸੱਚੇ ਹਿਰਦੇ ਤੋਂ ਹੋਣੀ ਚਾਹੀਦੀ ਹੈ। ਸਾਡੀ ਤੌਬਾ ਵਾਕਿਆ ਹੀ ਦਿਲ 'ਚੋਂ ਆਵਾਜ਼ ਉੱਠੇ ਕਿ ਹਾਂ ਮੈਂ ਪ੍ਰਭੂ ਨੂੰ ਪਿਆਰ ਕਰਦਾ ਹਾਂ। ਬਾਈਬਲ ਕਹਿੰਦੀ ਆ ਕਿ ਅਸੀਂ ਸਭ ਪਾਪੀ ਹਾਂ ਔਰ ਸਾਨੂੰ ਪਾਪਾਂ ਤੋਂ ਬਚਣ ਦੇ ਲਈ, ਸਵਰਗ ਦੇ ਵਿੱਚ ਜਾਣ ਦੇ ਲਈ ਤੌਬਾ ਦੀ ਲੋੜ ਆ। ਆਮੀਨ, ਹਾਲੇਲੂਇਆ। ਇਸ ਲਈ ਅਗਰ ਅਸੀਂ ਸੱਚੇ ਹਿਰਦੇ ਤੋਂ ਤੌਬਾ ਕਰਦੇ ਹਾਂ, ਵਧੀਆ ਆ। ਤੇ ਮੈਂ ਜੋ ਉਹਨਾਂ ਗੱਲ ਕਰ ਰਿਹਾ ਸੀ ਕਿ ਭਾਈ ਹੋਰਾਂ ਦੀ ਮੈਨੂੰ ਇਹ ਸਭ ਤੋਂ ਵਧੀਆ ਗੱਲ ਇਹ ਲੱਗਦੀ ਆ ਕਿ ਉਹਨਾਂ ਕਦੀ ਜ਼ਬਰਦਸਤੀ ਕਿਸੇ ਨੂੰ ਨਹੀਂ ਕਿਹਾ। ਤੁਹਾਨੂੰ ਯਾਦ ਹੀ ਹੈ ਇੱਥੇ 2.5 ਜਾਂ 3 ਸਾਲ ਮੈਂ ਬੈਠਦਾ ਰਿਹਾ, ਉਹ ਮੈਨੂੰ ਸੰਦੇਸ਼ ਜ਼ਰੂਰ ਦੱਸਦੇ ਰਹੇ। ਸਾਡੀ ਫੋਨ 'ਤੇ ਵਿਆਹ ਤੋਂ ਪਹਿਲਾਂ ਗੱਲ ਹੁੰਦੀ ਰਹੀ, ਕਈ ਵਾਰੀ 1 ਘੰਟਾ ਵੀ ਗੱਲ ਹੋਣੀ, ਅੱਧਾ ਘੰਟਾ ਵੀ ਗੱਲ ਹੋਣੀ। ਉਹ ਮੈਨੂੰ ਸੰਦੇਸ਼ ਦੱਸਦੇ ਰਹੇ, ਬਪਤਿਸਮੇ ਦੇ ਬਾਰੇ, ਨਬੀ ਦੇ ਬਾਰੇ, ਸੰਦੇਸ਼ਾਂ ਦੇ ਬਾਰੇ ਦੱਸਦੇ ਰਹੇ। ਪਰ ਉਹਨਾਂ ਨੇ ਮੈਨੂੰ ਇਹ ਕਦੀ ਨਹੀਂ ਸੀ ਕਿਹਾ ਕਿ ਛੇਤੀ ਤੂੰ ਤੌਬਾ ਕਰ ਲੈ। ਔਰ ਅਸਲ ਤਰੀਕਾ ਇਹੋ ਹੀ ਹੈ। ਪਰ ਜਾਂ ਤੁਸੀਂ ਇੱਦਾਂ ਦੀ ਤੌਬਾ ਕਰੋਗੇ ਕਿਸੇ ਦੇ ਕਹੇ ਗਵਾਏ 'ਤੇ ਜਾਂ ਕਿ ਆਪਣੇ ਭਰਾ ਦੇ ਕਹਿਣ 'ਤੇ ਕਰੋਗੇ ਤੇ ਉਹ ਤੁਹਾਡੀ ਤੌਬਾ 10 ਦਿਨ ਦੀ ਹੈ, ਉਹ ਤੁਹਾਡੀ ਤੌਬਾ ਮਹੀਨਿਆਂ ਦੀ ਹੈ ਬਸ ਉਹ। ਪਰ ਵਾਕਈ ਅਗਰ ਪਰਮੇਸ਼ਵਰ ਤੁਹਾਨੂੰ ਤੁਹਾਡੇ ਹਿਰਦੇ ਨਾਲ ਗੱਲ ਕਰਦਾ ਹੈ ਤੇ ਅਗਰ ਉਹ ਤੁਸੀਂ ਜਦ ਤੌਬਾ ਕਰਦੇ, ਉਹ ਤੁਹਾਡੀ ਤੌਬਾ ਸਦਾ ਦੇ ਲਈ ਹੈ। ਕਿੰਨੇ ਆਮੀਨ ਕਹਿ ਸਕਦੇ? ਹਾਲੇਲੂਇਆ। ਇਸ ਲਈ ਅਸੀਂ ਇਹੀ ਚਾਹੁੰਦੇ ਹਾਂ ਕਿ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਨਹੀਂ, ਜਾਂ ਬਿਮਾਰੀਆਂ ਤੋਂ ਚੰਗਿਆ ਹੋਣ ਦੇ ਲਈ ਨਹੀਂ, ਸਾਡੀ ਤੌਬਾ ਸੱਚੇ ਹਿਰਦੇ ਤੋਂ ਹੋਣੀ ਚਾਹੀਦੀ ਹੈ। ਔਰ ਭਾਈ ਨੇ ਸੁਣਿਆ ਸੰਦੇਸ਼ ਭਾਈ ਰੋਸ਼ਨ ਦਾ ਕਿ ਕੋਈ ਜਿਹੜੀ ਤੌਬਾ ਆ ਉਹ ਹੰਝੂਆਂ ਤੋਂ ਬਿਨਾਂ ਨਹੀਂ ਹੈ। ਕਿੰਨੇ ਆਮੀਨ ਕਹਿ ਸਕਦੇ? ਇਹ ਤੁਸੀਂ ਸਾਰਿਆਂ ਨੇ ਸੁਣਿਆ, ਬਹੁਤ ਵਧੀਆ ਛੋਟੀ ਕਲਿੱਪ ਆ। ਹਾਲੇਲੂਇਆ। ਇਸ ਲਈ ਜਿਹੜੀ ਤੌਬਾ ਆ ਉਹ ਸੱਚੇ ਹਿਰਦੇ ਤੋਂ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਤੌਬਾ ਦਿਲ ਦੀ ਹੈ ਸਿਰਫ ਇੱਦਾਂ ਕਰਕੇ। ਉਹ ਇਸ ਲਈ ਕਹਿੰਦੇ ਆ ਕਿ ਉਹਨਾਂ ਨੂੰ ਮੇਕਅਪ ਨਾ ਛੱਡਣਾ ਪਵੇ। ਉਹ ਇਸ ਲਈ ਕਹਿੰਦੇ ਆ ਕਿ ਵਾਲ ਜਿੱਦਾਂ ਦੇ ਮਰਜ਼ੀ ਉਹ ਕਟਾਈ ਫਿਰਨ। ਇਸ ਲਈ ਕਹਿੰਦੇ ਆ ਕਿ ਉਹ ਦੁਨੀਆਦਾਰੀ ਨਾਲ ਵੀ ਚੱਲ ਸਕਣ, ਦੁਨੀਆਦਾਰੀ ਦੇ ਪਹਿਰਾਵੇ ਪਾ ਸਕਣ। ਇਸ ਕਰਕੇ ਆ ਕਿ ਤੌਬਾ ਦਿਲ ਦੀ ਚਾਹੀਦੀ ਹੈ। ਪਰ ਅਗਰ ਤੁਹਾਡੀ ਤੌਬਾ
ਹਿਰਦੇ ਤੋਂ ਆ ਤੇ ਉਹ ਫਿਰ ਜਦ ਹਿਰਦੇ ਤੋਂ ਆ ਤੇ ਉਹ ਫਿਰ ਤੌਬਾ ਤੁਹਾਨੂੰ ਬਾਹਰੋਂ ਵੀ ਸਾਫ਼ ਕਰਦੀ। ਮੈਂ ਕਿੰਨੇ ਆਮੀਨ ਕਹਿ ਸਕਦੇ ਆ? ਹਾਲੇਲੂਇਆ। ਉਸੇ ਤਰੀਕੇ ਦੇ ਨਾਲ ਸੀ ਜਿੱਦਾਂ ਯਿਸੂ ਮਸੀਹ ਨੇ ਵੀ ਉਹਨਾਂ ਨੂੰ ਗੱਲਾਂ ਕਹੀਆਂ ਸੀ। ਉਹ ਕਹਿੰਦੇ ਕਿ ਆਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਉਹ ਨਹੀਂ ਖਾਣੀਆਂ ਚਾਹੀਦੀਆਂ, ਇਹ ਬੰਦੇ ਨੂੰ ਭ੍ਰਿਸ਼ਟ ਕਰਦੀਆਂ। ਉਹ ਸ਼ਰਅ ਦੇ ਮੁਤਾਬਕ ਗੱਲਾਂ ਕਰ ਰਹੇ ਸਨ ਤੇ ਯਿਸੂ ਮਸੀਹ ਨੇ ਕਿਹਾ ਬੰਦਾ ਉਹਨਾਂ ਚੀਜ਼ਾਂ ਦੇ ਨਾਲ ਭ੍ਰਿਸ਼ਟ ਨਹੀਂ ਹੁੰਦਾ ਜੋ ਬਾਹਰੋਂ ਅੰਦਰ ਜਾਂਦੀਆਂ, ਯਾਨੀ ਕਿ ਜਿਹੜੀਆਂ ਚੀਜ਼ਾਂ ਖਾਂਦੇ ਆ, ਪਰ ਉਹਨਾਂ ਚੀਜ਼ਾਂ ਨਾਲ ਭ੍ਰਿਸ਼ਟ ਹੁੰਦਾ ਜੋ ਅੰਦਰੋਂ ਬਾਹਰ ਬੰਦੇ ਦੇ ਨਿਕਲਦੀਆਂ। ਗੰਦਮੰਦ ਸਾਰੀਆਂ ਗਲਤ ਚੀਜ਼ਾਂ ਜੋ ਅੰਦਰੋਂ ਬਾਹਰ ਨਿਕਲਦੀਆਂ ਉਹਨਾਂ ਦੇ ਨਾਲ ਬੰਦਾ ਭ੍ਰਿਸ਼ਟ ਹੁੰਦਾ ਹੈ। ਕਿੰਨੇ ਆਮੀਨ ਕਹਿ ਸਕਦੇ? ਹਾਲੇਲੂਇਆ। ਹੁਣ ਵੇਖੋ ਦਾਊਦ ਦਾ ਪਛਤਾਪ ਤੇ ਧਿਆਨ ਦਿਓ। ਦਾਊਦ ਕੋ ਜਦੋਂ ਗਲਤੀ ਹੋ ਗਈ, ਤੁਸੀਂ ਜਾਣਦੇ ਹੋ ਕਿ ਉਹਨੇ ਗਲਤ ਤਰੀਕੇ ਦੇ ਨਾਲ ਇੱਕ ਔਰਤ ਦੇ ਨਾਲ ਵਿਆਹ ਕਰਵਾਇਆ। ਕਿੰਨਿਆਂ ਨੂੰ ਯਾਦ ਹੈ ਇਸ ਲਈ? ਪਰ ਦਾਊਦ ਦੇ ਬਾਰੇ ਪਰਮੇਸ਼ਵਰ ਖੁਦ ਗਵਾਹੀ ਦਿੰਦਾ ਹੈ। ਦਾਊਦ ਬਾਰੇ ਕਹਿੰਦਾ ਹੈ ਕਿ ਇਹ ਮੇਰੇ ਮਨਪਸੰਦ ਬੰਦਾ ਹੈ। ਮੈਂ ਸਹੀ ਬਾਤ। ਠੀਕ ਹੈ। ਵੇਖੋ ਕਿੱਡਾ ਵਧੀਆ ਆ ਕਿ ਪਰਮੇਸ਼ਵਰ ਕਿਸੇ ਬੰਦੇ ਦੀ ਗਵਾਹੀ ਦੇਵੇ। ਉਹ ਕਹਿੰਦਾ ਕਿ ਇਹ ਮੇਰੇ ਮਨ ਭਾਉਂਦਾ ਆਦਮੀ ਆ। ਦਾਊਦ ਵੇਖੋ ਜ਼ਬੂਰ ਗਾਉਂਦਾ ਆ, ਉਹ ਨੱਚਦਾ ਆ, ਉਹ ਬਲੀਆਂ ਚੜਾਉਂਦਾ ਆ। ਆਮੀਨ। ਪਰ ਇਹਦੇ ਬਾਵਜੂਦ ਉਹਦੇ ਕੋਲ ਇੱਕ ਪਾਪ ਹੋ ਗਿਆ, ਔਰ ਇਹ ਪਾਪ ਇਹ ਸੀ ਕਿ ਉਹਨੇ ਕਿਸੇ ਦੀ ਪਤਨੀ ਨੂੰ ਧੋਖੇ ਨਾਲ ਲੈ ਲਿਆ। ਔਰ ਜਦੋਂ ਉਸ ਸਮੇਂ ਦਾ ਨਬੀ ਆਇਆ ਔਰ ਉਹਨੇ ਉਹਦੇ ਨਾਲ ਇੱਕ ਦ੍ਰਿਸ਼ਟਾਂਤ ਦੇ ਵਿੱਚ ਗੱਲ ਕੀਤੀ, ਉਹ ਤੁਹਾਨੂੰ ਯਾਦ ਹੈ, ਅਸੀਂ ਲੰਬਾ ਨਹੀਂ ਲੈ ਕੇ ਜਾਣਾ ਚਾਹੁੰਦੇ। ਤੇ ਦਾਊਦ ਨੇ ਕਿਹਾ ਕਿ ਇਹ ਬੰਦੇ ਨੇ ਜਿਹੜੇ ਗਲਤੀ ਕੀਤੀ ਉਹ ਜ਼ਰੂਰੀ ਆ ਕਿ ਉਹ ਮਾਰਿਆ ਜਾਣਾ ਚਾਹੀਦਾ ਹੈ। ਤੇ ਨਬੀ ਨੇ ਕਿਹਾ ਕਿ ਉਹ ਤੂੰ ਹੀ ਆ ਜਿਹੜਾ ਨੇ ਕੰਮ ਕੀਤਾ। ਤੇ ਫਿਰ ਵੇਖੋ ਕਿ ਉਹਦੇ ਜ਼ਬੂਰ ਤੁਸੀਂ ਵੇਖੋ ਉਹਦੇ ਪਛਤਾਪ ਦੇ ਬਾਰੇ। ਉਹਨੇ ਕਿਹਾ ਕਿ ਮੈਂ ਰਾਤ ਪਰ ਉੱਲੂ ਦੇ ਵਾਂਗੂ ਜਾਗਦਾ ਰਹਿੰਦਾ ਹੈ। ਉਹਦੇ ਪਛਤਾਪ ਦੇ ਬਾਰੇ ਪੜੋ, ਉਹ ਕਿੱਦਾਂ ਉਹ ਰੋਂਦਾ ਰਿਹਾ ਕਿ ਪ੍ਰਭੂ ਤੂੰ ਮੈਨੂੰ ਮਾਫ ਕਰ। ਉਹਨੇ ਕਿਹਾ ਕਿ ਮੈਂ ਮਾਂ ਦੀ ਕੁੱਖ ਤੋਂ ਹੀ ਪਾਪ ਦੇ ਵਿੱਚ ਜੰਮਿਆ। ਤੁਹਾਨੂੰ ਯਾਦ ਹੈ ਜ਼ਬੂਰ, ਮੈਨੂੰ ਵਿੱਚ ਗੁਨਾਹ ਦੇ ਜੰਮਿਆ ਮੇਰੀ ਮਾਈ। ਉਹ ਜ਼ਬੂਰ ਦੇ ਵਿੱਚ ਉਹ ਪਛਤਾਪ ਕਰਦਾ ਆ। ਲੋੜ ਹੈ ਸਾਨੂੰ ਅਜਿਹੇ ਪਛਤਾਪ ਦੀ। ਜਾਂ ਸਾਨੂੰ ਪਤਾ ਲੱਗ ਜਾਂਦਾ ਮੇਰੇ 'ਚ ਆਹ ਗੱਲ। ਕਿੰਨਿਆਂ ਨੂੰ ਕੋਈ ਹੈ ਇਦਾਂ ਦਾ ਜਿਹਨੂੰ ਪਤਾ ਹੀ ਨਹੀਂ ਕਿ ਮੈਂ ਗੁਨਾਹ ਕੀ ਕੀਤੇ ਆ? ਇੱਥੇ ਹੈਗਾ ਕੋਈ ਇਦਾਂ ਦਾ? ਸਾਰਿਆਂ ਨੂੰ ਆਪੋ ਆਪਣਾ ਪਤਾ। ਮੇਰੇ ਸਾਹਮਣੇ ਮੈਨੂੰ ਤੁਹਾਡਾ ਨਹੀਂ ਪਤਾ ਤੁਹਾਡੇ ਅੰਦਰ ਖਾਤੇ ਕੀ ਆ, ਤੁਹਾਨੂੰ ਮੇਰਾ ਨਹੀਂ ਪਤਾ ਮੇਰੇ ਅੰਦਰ ਖਾਤੇ ਕੀ ਹੈ। ਪਰ ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਦਿਲ ਦੀਆਂ ਗਹਿਰਾਈਆਂ ਨੂੰ ਜਾਣਦਾ ਹੈ। ਉਹ ਸਾਡੇ ਸਾਰਿਆਂ ਦੇ ਅੰਦਰ ਖਾਤੇ ਨੂੰ ਜਾਣਦਾ ਹੈ। ਤੇ ਤੁਹਾਨੂੰ ਵੀ ਪਤਾ ਹੈ ਆਪਣੇ ਅੰਦਰ ਖਾਤੇ ਦਾ, ਮੈਨੂੰ ਵੀ ਪਤਾ ਹੈ। ਤੇ ਆਓ ਫਿਰ ਪ੍ਰਭੂ ਦੇ ਅੱਗੇ ਸੱਚਾ ਪਛਤਾਪ ਕਰੀਏ। ਯਾਦ ਅਸੀਂ ਵੇਖ ਰਹੇ ਹਾਲਾਤ ਦਿਨ ਬ ਦਿਨ ਬੁਰੇ ਹੁੰਦੇ ਜਾ ਰਹੇ ਤੇ ਸਾਨੂੰ ਲੋੜ ਆ ਕਿ ਉਸ ਸੁਰੱਖਿਅਤ ਜਗ੍ਹਾ ਤੇ ਪਹੁੰਚ ਜਾਈਏ। ਉਹ ਸੁਰੱਖਿਅਤ ਜਗ੍ਹਾ ਇਹ ਨਹੀਂ ਕਿ ਜਦੋਂ ਵਰਲਡ ਵਾਰ ਲੱਗਣ ਵਾਲੀ ਤੇ ਅਸੀਂ ਧਰਤੀ ਦੇ ਵਿੱਚ ਉਹ ਕੀ ਕਹਿੰਦੇ ਉਹਨਾਂ ਨੂੰ, ਜੰਗ ਤੋਂ ਬਚਣ ਦੇ ਲਈ ਮੋਰਚੇ ਪੁੱਟ ਲਈਏ, ਉਹ ਸ਼ੈਲਟਰ ਬਣਾ ਲਈਏ। ਉਹ ਕਈ ਦੇਸ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਰਮਾਣੂ ਬੰਬ ਤੋਂ ਬਚਣ ਲਈ ਉਹਨਾਂ ਨੇ ਧਰਤੀ ਦੇ ਥੱਲੇ ਇਦਾਂ ਦੇ ਸ਼ੈਲਟਰ ਬਣਾਏ ਆ ਕਿ ਉਹ ਪਰਮਾਣੂ ਬੰਬ ਵੀ ਉਹਨਾਂ ਤੇ ਡਿੱਗ ਪਏ ਤੇ ਕੋਈ ਕੁਝ ਨਹੀਂ ਵਿਗਾੜ ਸਕਦਾ ਉਹਨਾਂ ਨੂੰ। ਹਾਂਜੀ, ਪਰ ਕੀ ਆ ਉਹ ਬਾਈਬਲ ਫਿਰ ਦੱਸਦੀ ਕਿ
ਭਾਵੇਂ ਮਨੁੱਖ ਚੰਦਰਮਾ ਤੇ ਵੀ ਪਹੁੰਚ ਜਾਵੇ, ਉੱਥੇ ਵੀ ਨਿਆਂ ਹੈ। ਫਿਰ ਇਹ ਜਿਹੜਾ ਇਜ਼ਰਾਈਲ ਨੇ ਤਿਆਰ ਕੀਤਾ ਹੈ ਐਂਟੀ ਡੋਮ ਸਿਸਟਮ, ਕੁਛ ਅੱਤਵਾਦੀਆਂ ਨੇ ਮਿਜ਼ਾਈਲਾਂ ਨੂੰ ਤੇ ਉਹ ਕਰ ਸਕਦਾ, ਰੋਕ ਸਕਦਾ ਹੈ, ਇਹ ਕਿਆ ਹੈ? ਪਰ ਉਹ ਪੂਰਨ ਤੌਰ ਤੇ ਬਚਾ ਨਹੀਂ ਹੈ। ਪੂਰਨ ਤੌਰ ਤੇ ਬਚਾ ਯਿਸੂ ਮਸੀਹ ਦਾ ਲਹੂ ਹੈ। ਆਮੀਨ। ਔਰ ਜਦ ਅਸੀਂ ਉਸ ਯਿਸੂ ਮਸੀਹ ਦੇ ਲਹੂ ਦੇ ਹੇਠ ਆ ਜਾਂਦੇ ਹਾਂ, ਫਿਰ ਸਾਡਾ ਬਚਾਅ ਹੈ। ਫਿਰ ਕੋਈ ਪਰਮਾਣੂ ਬੰਬ ਦੀ ਤੋਂ ਡਰਨ ਦੀ ਤੁਹਾਨੂੰ ਲੋੜ ਨਹੀਂ ਹੈ। ਨਬੀ ਨੇ ਕਿਹਾ ਪਰਮਾਣੂ ਜਿਹੜੇ ਬੰਬ ਆ ਉਹ ਹੈਂਗਰਾਂ ਦੇ ਵਿੱਚ ਟੰਗੇ ਆ, ਜਿੰਨੇ ਬਣ ਗਏ। ਇਜ਼ਰਾਈਲ ਕਹਿ ਰਿਹਾ ਮੇਰੇ ਕੋਲ ਇੰਨੇ ਆ, ਪਾਕਿਸਤਾਨ ਕੋਲ ਇੰਨੇ ਆ, ਇੰਡੀਆ ਕੋਲ ਇੰਨੇ ਆ। ਉਹ ਬਿਮਾਰੀ ਤੋਂ ਬਚਣ ਲਈ ਮਾਸਕ ਘੱਟ ਬਣਾਉਂਦੇ ਆ, ਪਰਮਾਣੂ ਬੰਬ ਅੱਜ ਕੱਲ੍ਹ ਜ਼ਿਆਦਾ ਬਣਾਉਂਦੇ ਆ। ਚੀਨ ਵੀ ਇਦਾਂ ਹੀ ਆ। ਮਤਲਬ ਹਰ ਇੱਕ ਵੱਧ ਤੋਂ ਵੱਧ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਵਰਲਡ ਪਾਵਰ ਬਣਨਾ ਚਾਹੁੰਦਾ, ਜਿਸ ਤਰ੍ਹਾਂ ਅਮਰੀਕਾ ਹੈ ਇਸ ਧਰਤੀ ਤੇ ਬਣਨਾ ਚਾਹੁੰਦੇ ਆ। ਪਰ ਭੈਣ ਤੇ ਭਰਾਵੋ, ਪਰਮਾਣੂ ਬੰਬ ਜਿੰਨੇ ਮਰਜ਼ੀ ਇਕੱਠੇ ਕਰ ਲਓ, ਪਰ ਸਾਡਾ ਬਚਾਅ ਇਹ ਨਹੀਂ ਕਰਨਗੇ। ਕੀ ਉਹਨੇ ਪਰਮਾਣੂ ਨੇ ਕਹਿਣਾ ਕਿ ਮੈਂ ਉਹਨਾਂ ਦੇ ਸਿਰਫ ਨੁਕਸਾਨ ਕਰਾਂ? ਜਦੋਂ ਜਾਪਾਨ ਦੇ ਵਿੱਚ ਹੀਰੋਸ਼ੀਮਾ ਨਾਗਾਸਾਕੀ, ਉੱਥੇ ਜਦੋਂ ਉਹਨਾਂ ਨੇ ਉੱਥੇ ਬੰਬ ਉਹਨਾਂ ਨੇ ਸੁੱਟਿਆ, ਤੇ ਅੱਜ ਤੱਕ ਉਸ ਪਰਮਾਣੂ ਬੰਬ ਦਾ ਅੱਜ ਤੱਕ ਵੀ ਅਸਰ ਹੈ। ਉੱਥੇ ਬੱਚੇ ਅਪਾਹਿਜ ਆ, ਉੱਥੇ ਫਸਲ ਨਹੀਂ ਹੁੰਦੀਆਂ। ਤੇ ਵੇਖੋ ਕਿ ਉਹ ਸਮੇਂ ਜਿਹੜੇ ਪਰਮਾਣੂ ਬੰਬ ਸੀ ਉਹਦੇ ਨਾਲੋਂ ਕਈ ਗੁਣਾ ਮਾਰੂ ਅੱਜ ਪਰਮਾਣੂ ਬੰਬ ਹੈ, ਕਈ ਗੁਣਾ ਉਹਨਾਂ ਦੀ ਪਾਵਰ ਜ਼ਿਆਦਾ ਆ। ਸੁਣ ਰਹੇ ਸਾਰੇ? ਇਸ ਲਈ ਸਾਡਾ ਬਚਾਅ ਇਹ ਨਹੀਂ ਆ ਕਿ ਕੋਈ ਸੁਰੱਖਿਅਤ ਥਾਂ ਲੱਭੀਏ, ਤੇ ਨਾ ਹੀ ਤੁਹਾਨੂੰ ਕੋਈ ਸੁਰੱਖਿਅਤ ਥਾਂ ਲੱਭਣੀ ਆ। ਬਾਈਬਲ ਕਹਿੰਦੀ ਕਿ 2 ਅਫਸੋਸ ਬੀਤ ਗਏ, ਤੀਜਾ ਝੱਬਦੇ ਹੀ ਆਉਂਦਾ ਹੈ। ਮਤਲਬ 2 ਜਿਹੜੇ ਅਫਸੋਸ ਆ, ਪ੍ਰਕਾਸ਼ ਦੀ ਪੋਥੀ ਕਹਿ ਰਹੀ 2 ਇਹ ਵਿਸ਼ਵ ਯੋਧੇ ਆ। ਜਿਹੜਾ ਤੀਜਾ ਕਹਿ ਰਹੀ ਆ ਰਿਹਾ ਉਹ ਵਰਲਡ ਵਾਰ ਆ, ਤੀਸਰਾ ਸੰਸਾਰ ਯੁੱਧ। ਤੇ ਨਬੀ ਨੇ ਕਿਹਾ ਕਿ ਵਰਲਡ ਵਾਰ ਦਾ ਇਤਿਹਾਸ, ਜਿਹੜੀ ਤੀਸਰੀ ਆ, ਉਹਦਾ ਇਤਿਹਾਸ ਲਿਖਣ ਦੀ ਲੋੜ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਕੋਈ ਪੜ੍ਹਨ ਵਾਲਾ ਨਹੀਂ ਬਚਣਾ ਵਰਲਡ ਵਾਰ ਦੇ ਵਿੱਚ। ਤੇ ਬਚਣਾ ਉਹਨੇ ਹੀ ਆ ਜਿਹੜਾ ਆਪਣੇ ਆਪ ਨੂੰ ਸਿਕਿਉਰ ਕਰ ਚੁੱਕਾ ਹੈ, ਜਿਹੜਾ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਜਿਹਨੇ ਆਪਣਾ ਜੀਵਨ ਦਿੱਤਾ ਹੈ। ਕਿਉਂਕਿ ਇਸ ਧਰਤੀ ਦੇ ਉੱਪਰ ਇੱਕ ਵੀ ਆਈਟਮ ਬੰਬ ਡਿੱਗਣ ਤੋਂ ਪਹਿਲੇ ਉਹਦੀ ਜਿਹੜੀ ਦੁਲਹਨ ਆ ਉਹ ਸਵਰਗ ਦੇ ਵਿੱਚ ਉਠਾ ਲਈ ਜਾਵੇਗੀ। ਕਿੰਨੇ ਆਮੀਨ ਕਹਿ ਸਕਦੇ? ਇਸ ਲਈ ਭੈਣ ਭਰਾਵੋ, ਲੋੜ ਆ ਸਾਨੂੰ, ਜਦ ਅਸੀਂ ਇਹਨਾਂ ਘਟਨਾਵਾਂ ਨੂੰ ਵੇਖ ਰਹੇ। ਉਹ ਕਹਿੰਦੇ ਕਿ ਤੁਸੀਂ ਧਰਤੀ ਦੇ ਮੌਸਮਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਲੈਂਦੇ ਹੋ। ਪੁਰਾਣੇ ਬੰਦੇ ਕਹਿੰਦੇ ਅੱਜ ਪਸ਼ੂ ਚੱਲ ਰਹੀ ਹੈ, ਨਹੀਂ? ਉਹ ਅੰਦਾਜ਼ਾ ਲਾ ਲੈਂਦੇ ਪਸ਼ੂ ਚੱਲੇ ਤੇ ਕੀ ਹੁੰਦਾ ਹੈ। ਉਹ ਧਰਤੀ ਦੇ ਮੌਸਮਾਂ ਨੂੰ ਵੇਖ ਕੇ ਅੰਦਾਜ਼ਾ ਲਾ ਲੈਂਦੇ ਕਿ ਤੂਫਾਨ ਆਉਣ ਵਾਲਾ, ਮੀਂਹ ਆਉਣ ਵਾਲਾ। ਨਬੀ ਨੇ ਕਿਹਾ ਬਾਈਬਲ ਕਹਿੰਦੀ ਆ ਕਿ ਜਾਂ ਤੁਸੀਂ ਯਰੂਸ਼ਲਮ ਨੂੰ ਫੌਜਾਂ ਨਾਲ ਘਿਰਿਆ ਹੋਇਆ ਵੇਖੋ ਤੇ ਸਮਝੋ ਕਿ ਅੰਤ ਨੇੜੇ ਆ, ਯਿਸੂ ਮਸੀਹ ਦਾ ਆਉਣਾ ਨੇੜੇ ਆ। ਤੇ ਵੇਖੋ ਤੇ ਚਾਰੇ ਪਾਸੇ ਫੋਰਸ ਆ। ਫਲਸਤੀਨ ਇਜ਼ਰਾਈਲ ਦੀ ਲੜਾਈ ਆ। ਜਦ ਤੋਂ 1948 ਦੇ ਵਿੱਚ ਇਜ਼ਰਾਈਲ ਬਣਿਆ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਲੜਾਈ ਚੱਲਦੀ ਆ ਰਹੀ ਹੈ। ਪਰ ਉੱਥੋਂ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਜਦੋਂ ਉਹਨਾਂ ਨੇ ਕਹਿਣਾ ਫਲਸਤੀਨੀਆਂ ਨੇ ਕਿ ਯੁੱਧ ਬੰਦ ਕਰੋ, ਉਹਨੇ ਕਿਹਾ ਕਿ ਸਾਡੀ ਫੌਜ, ਫਿਰ ਆਪਾਂ ਇਹ ਨਹੀਂ ਕਹਿਣਾ ਵੀ ਚਲੋ ਯੁੱਧ ਬੰਦ ਆ, ਤੁਹਾਡਾ ਦੇਸ਼ ਤੁਹਾਡੇ ਕੋਲ ਆ। ਉਹਨੇ ਕਿਹਾ ਜਿੱਥੋਂ ਤੱਕ ਸਾਡੀ ਫੌਜ ਜਾਏਗੀ ਇਜ਼ਰਾਈਲ ਦਾ ਬਾਰਡਰ ਫਿਰ ਉੱਥੋਂ ਬਣੇਗਾ। ਉਹਨੇ ਕਿਹਾ ਕਿ ਇਹ ਜਿਹੜਾ ਯਰੂਸ਼ਲਮ ਆ ਅਨੰਤ ਰਾਜਧਾਨੀ ਹੈ। ਜਦ ਤੋਂ ਦਾਊਦ ਪਾਤਸ਼ਾਹ ਉੱਥੇ ਰਾਜ ਕਰਦਾ ਸੀ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹੈ। ਤੇ ਉਹ ਕਹਿੰਦੇ ਕਿ ਇਹ ਫਲਸਤੀਨੀ ਆਪਣਾ ਰਾਜ ਬਣਾਈ ਬੈਠੇ ਆ। ਉਹ ਸਾਰੇ ਜਿੰਨੇ ਵੀ ਮੁਸਲਮਾਨ ਕੰਟਰੀਆਂ ਉਹ ਇਕੱਠੇ ਹੋਣ ਜਾ ਰਹੇ ਆ, ਪਰ ਇਹਦੇ ਨਾਲ ਸਿਰਫ ਅਮਰੀਕਾ ਸਾਥ ਦੇ ਰਿਹਾ ਇਹਨਾਂ ਦਾ।
ਆਮੀਨ। ਤੇ ਵੱਡੀ ਗੱਲ ਅਮਰੀਕਾ ਚਾਹੇ ਸਾਥ ਦੇ ਨਾ ਦੇ, ਸਹੀ ਬਾਤ। ਹੁਣ ਕਿਹਾ ਇਜ਼ਰਾਈਲੀਆਂ ਦਾ ਰੱਬ ਖੁਦਾ ਹੈ, ਉਹ ਉਹਨਾਂ ਦੇ ਵੱਲੋਂ ਲੜਦਾ ਹੈ। ਉਹ ਕਹਿੰਦੇ ਕਿ ਉਹ ਜਿਹੜਾ ਹਮਾਸ ਅੱਤਵਾਦੀ ਗਰੁੱਪ ਜਿਹੜਾ ਜਦੋਂ ਉਹ ਮਿਜ਼ਾਈਲਾਂ ਸੁੱਟਦਾ ਆ ਤੇ ਕੁਝ ਜਿਹੜੀਆਂ ਮਿਜ਼ਾਈਲਾਂ ਉਹ ਉਹਨਾਂ ਦੇ ਉੱਪਰ ਹੀ ਡਿੱਗਦੀਆਂ, ਉਹ ਆਪੇ ਮਰਦੇ ਜਾਂਦੇ ਆ। ਤੇ ਜਦੋਂ ਉਧਰੋਂ ਮਿਜ਼ਾਈਲਾਂ ਆਉਂਦੀਆਂ, ਉਹਨਾਂ ਕੋਲ ਐਂਟੀ ਡੋਮ ਸਿਸਟਮ ਆ, ਉਹ 24 ਘੰਟੇ ਉਹ ਸਕਰੀਏ ਆ। ਜਦ ਹੀ ਉਹ ਉਧਰੋਂ ਮਿਜ਼ਾਈਲਾਂ ਆਉਂਦੀਆਂ, ਉਹ ਹਵਾ ਦੇ ਵਿੱਚ ਹੀ ਡਿਫਿਊਜ਼ ਕਰ ਦਿੰਦੇ ਆ। ਹਾਂਜੀ, ਆਮੀਨ। ਕਹਿਣ ਦਾ ਮਤਲਬ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਇਦਾਂ ਦੀਆਂ ਬਰਕਤਾਂ ਦਿੱਤੀਆਂ, ਉਹਨਾਂ ਨੂੰ ਦਿਮਾਗ ਦਿੱਤੇ ਤਾਂ ਕਿ ਉਹ, ਯਾਨੀ ਕਿ ਦੂਜੇ ਲਫ਼ਜ਼ਾਂ ਵਿੱਚ ਯਹੋਵਾ ਪਰਮੇਸ਼ਵਰ ਉਹਨਾਂ ਦੇ ਵੱਲੋਂ ਲੜਦਾ ਹੈ। ਜੇ ਇੱਕ ਸਮਾਂ ਸੀ ਦਾਊਦ ਗੋਲੀਅਥ ਦਾ, ਉਹ ਵੀ ਇਜ਼ਰਾਈਲ ਫਲਸਤੀਨੀ ਸੀ। ਆਮੀਨ। ਤੇ ਉਹਨਾਂ ਦੇ ਵਿੱਚ ਕੋਈ ਯੋਧਾ ਹੀ ਨਹੀਂ ਸੀ ਕਿ ਜਿਹੜਾ ਉਸ ਗੋਲੀਅਥ ਦੇ ਨਾਲ ਲੜ ਸਕੇ, ਪਰ ਪਰਮੇਸ਼ਵਰ ਨੇ ਇੱਕ ਛੋਟੂ ਮੁੰਡੇ ਨੂੰ ਇਸਤੇਮਾਲ ਕੀਤਾ। ਕਹਿਣ ਦਾ ਮਤਲਬ ਕਿ ਉਸ ਸਮੇਂ ਵੀ ਪਰਮੇਸ਼ਵਰ ਯਹੋਵਾ ਦਾਊਦ ਦੇ ਵਿੱਚ ਹੋ ਕੇ ਉਹਨਾਂ ਦੇ ਲਈ ਲੜਿਆ, ਤੇ ਅੱਜ ਵੀ ਪਰਮੇਸ਼ਵਰ ਇਜ਼ਰਾਈਲ ਦੇ ਵੱਲੋਂ ਲੜਦਾ ਹੈ। ਤੇ ਨਬੀ ਨੇ ਕਿਹਾ ਜਿਹੜਾ ਇਜ਼ਰਾਈਲ ਆ ਉਹ ਟਾਈਮ ਪੀਸ ਆ। ਤੁਸੀਂ ਵੇਖੋ ਟਾਈਮ ਪੀਸ ਦੇ ਉੱਪਰ ਤੁਹਾਨੂੰ ਕੀ ਪਤਾ ਲੱਗਦਾ ਸਮਾਂ ਕਿੰਨਾ ਹੋ ਗਿਆ? 10:15 ਹੋ ਗਏ। ਜਾਂ ਤੁਸੀਂ ਇਜ਼ਰਾਈਲ ਨੂੰ ਵੇਖਦੇ ਘਟਨਾਵਾਂ ਕੀ ਚੱਲ ਰਹੀਆਂ, ਇਜ਼ਰਾਈਲ ਨੂੰ ਵੇਖ ਕੇ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਸਮੇਂ ਕਿਹੜੇ ਵਿੱਚ ਰਹਿ ਰਹੇ ਹਾਂ। ਤੇ ਲੋੜ ਆ ਭੈਣ ਤੇ ਭਰਾਵੋ ਤਿਆਰੀ ਦੀ। ਔਰ ਤਿਆਰੀ ਪਹਿਲੇ ਆਪਾਂ ਗੱਲ ਕਰ ਚੁੱਕੇ ਹਾਂ। ਤਿਆਰੀ ਇੱਦਾਂ ਨਹੀਂ ਕਿ ਵਧੀਆ ਕੱਪੜੇ ਪਾ ਲੈਣੇ ਜਾਂ ਕੋਈ ਸੁਰੱਖਿਅਤ ਜਗ੍ਹਾ ਲੱਭਣੀ। ਸੁਰੱਖਿਅਤ ਜਗ੍ਹਾ ਇੱਕੋ ਹੀ ਆ, ਉਹ ਆ ਯਿਸੂ ਮਸੀਹ। ਉਹ ਅਸੀਂ ਆਪਣੇ ਆਪ ਨੂੰ ਸਿਕਿਉਰ ਕਰ ਲਈਏ। ਔਰ ਸਿਕਿਉਰ ਕਿੱਦਾਂ ਹੋ ਸਕਦੇ ਅਸੀਂ? ਰਸੂਲਾਂ ਦੇ ਕਰਤੱਵ 2:38 ਹੈ, ਤੌਬਾ ਕਰੋ। ਔਰ ਕਿਹਾ ਭਾਈਓ ਹੁਣ ਅਸੀਂ ਫਿਰ ਕੀ ਕਰੀਏ ਬਚਾਅ ਦੇ ਲਈ? ਉੱਥੇ ਫਿਰ ਪਤਰਸ ਸੀ ਜੋ ਪਵਿੱਤਰ ਆਤਮਾ ਨਾਲ ਭਰ ਕੇ ਬੋਲ ਰਿਹਾ। ਉਹਨੇ ਕਿਹਾ ਤੌਬਾ ਕਰੋ, ਤੁਹਾਡੇ ਵਿੱਚੋਂ ਹਰ ਇੱਕ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲਓ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਬਚਾਅ ਦਾ ਇੱਕੋ ਇੱਕ ਤਰੀਕਾ ਆ, ਉਹ ਬਚਾਅ ਆ ਯਿਸੂ ਮਸੀਹ। ਬਾਈਬਲ 'ਚ ਲਿਖਿਆ ਰਸੂਲਾਂ ਦੇ ਕਿਤਾਬ 4:12 ਕਿਸੇ ਦੂਏ ਤੋਂ ਮੁਕਤੀ ਨਹੀਂ, ਆਕਾਸ਼ ਦੇ ਹੇਠਾਂ ਧਰਤੀ ਦੇ ਉੱਪਰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਹਦੇ ਰਾਹੀਂ ਅਸੀਂ ਬਚਾਏ ਜਾਣਾ। ਆਮੀਨ। ਔਰ ਇੱਕੋ ਇੱਕ ਨਾਮ ਆ, ਉਹ ਨਾਮ ਕੀ ਆ? ਤੁਸੀਂ ਬੋਲੋ, ਪ੍ਰਭੂ ਯਿਸੂ ਮਸੀਹ। ਸੋ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਭੈਣ ਭਰਾਵੋ, ਸਾਰੇ ਭੈਣ ਭਰਾਵਾਂ ਨੂੰ ਜੈ।